ਤੁਰੇ ਪਲਾਣੇ ਪਾਉਣ ਵੇਖ, ਹਰ ਰੰਗੀ ਹਰਮ ਸਵਾਰਿਆ। ਕੋਠੇ ਮੰਡਪ ਮਾੜੀਆਂ, ਲਾਏ ਬੈਠੇ ਕਰ ਪਾਸਾਰਿਆ। ਚੀਜ਼ ਕਰਨ ਮਨ ਭਾਵਦੇ, ਹਰ ਬੂਝਣ ਨਾਹੀ ਹਾਰਿਆ। ਕਰ ਫੁਰਮਾਇਸ਼ ਖਾਇਆ, ਵੇਖ ਮਹਿਲਤ ਮਰਨ ਵਿਸਾਰਿਆ। ਜਰਿਆਈ ਜੋ ਬਨਹਾਰਿਆ, ਕਰ ਫੁਰਮਾਇਸ਼ ਖਾਇਆ। ਵੇਖ ਮਹਿਲਤ ਮਰਨ ਵਿਸਾਰਿਆ। ਜਰਿਆਈ ਜੋ ਬਨ ਹਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੁਕੋ ਚੁਕਾ ਟਾਈਮ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ गुरु के हजूर संध्या समय सुसज्जित हुए बैठी सत्संगत जी, साहिब पिता जी की अपार मेहरामत सदका जो शाम के दीवान विच लड़ीवार गुरबाणी व्याख्यान हो रहा है। इस अंदर आसा की वार ये पावन बाणी ਇਹਦੀ ਵਿਚਾਰ ਹੁੰਦੀ ਹੈ, ਜੋ ਪਿਛਲੇ ਕੁਝ ਰੋਜ਼ਾਂ ਦੇ ਵਿੱਚ ਅਸੀਂ 17 ਨੰਬਰ ਪੌੜੀ ਤੇ ਨਾਲ ਲੱਗਦੇ ਸ਼ਲੋਕ ਪੜ੍ਹ ਰਹੇ ਹਾਂ। ਇੱਕ ਇੱਕ ਦਿਨ ਕਰਕੇ ਇੱਕ ਇੱਕ ਪਾਵਨ ਮਾਨਕ ਸ਼ਲੋਕ ਦੇ ਰੂਪ ਵਿੱਚ ਵਿਚਾਰਿਆ ਹੈ। ਅੱਜ ਵਹਿਦ ਪੌੜੀ ਦਾ ਪਾਠ ਆਪਨੇ ਸਰਵਣ ਕੀਤਾ ਹੈ, ਕਿਉਂਕਿ ਅਸੀਂ ਇਹਦੀ ਹੀ ਵਿਵੇਚਨਾ ਕਰਨੀ ਹੈ। ਜਿਵੇਂ ਤੁਸੀਂ ਸ਼ਲੋਕਾਂ ਨੂੰ ਪੜ੍ਹਿਆ ਹੋਏ ਪੌੜੀ ਸੁਣੀ ਹੈ, ਇਹਦੇ ਅੰਦਰ ਆਪ ਦੇਖੋਗੇ ਗੁਰਬਾਣੀ ਦੇ ਵਿੱਚ ਇੱਕ ਅਦ੍ਰਿਸ਼ਟ ਇਨਡਾਇਰੈਕਟਲੀ ਪਿਛਲੇ ਤੇ ਅਗਲੇਰੇ ਜਿਹੜੇ ਸ਼ਬਦ ਆਉਂਦੇ ਨੇ, ਬੰਦ ਆਉਂਦੇ ਨੇ, ਉਹਨਾਂ 'ਚ ਰਿਲੇਸ਼ਨਸ਼ਿਪ ਹੁੰਦੀ ਹੈ। ਇਹ ਤੇ ਫਿਰ ਵਾਰ ਹੈ। ਵਾਰ ਦੇ ਵਿੱਚ ਜੋ ਸ਼ਲੋਕ ਤੇ ਪੌੜੀਆਂ ਨੇ, ਇਹਨਾਂ 'ਚ ਆਪਸ ਵਿੱਚ ਇੱਕ ਕੋਆਰਡੀਨੇਸ਼ਨ ਹੁੰਦਾ ਹੈ, ਕੋ ਰਿਲੇਸ਼ਨਸ਼ਿਪ ਹੁੰਦੀ ਹੈ। ਸਾਹਿਬ ਮਹਾਰਾਜ ਕਈ ਵਾਰੀ ਇੱਕ ਥਾਟ ਲੈ ਕੇ ਆਉਂਦੇ ਨੇ ਜਿਹੜਾ ਸ਼ਲੋਕ ਤੋਂ ਸ਼ੁਰੂ ਹੁੰਦਾ, ਦੂਜੇ ਥੋੜ੍ਹਾ ਐਕਸਪਲੇਨ ਹੁੰਦਾ, ਫਿਰ ਲਾਸਟ ਪੌੜੀ 'ਤੇ ਜਾ ਕੇ ਉਹਨੂੰ ਫਾਈਨਲ ਜਿਹੜੇ ਆਪਣੇ ਵੱਲੋਂ ਸਾਹਿਬ ਪਾਤਸ਼ਾਹ ਜੀ ਦੇ ਆਪਣੇ ਖਿਆਲ ਨੇ ਉਹ ਦਿੱਤੇ ਜਾਂਦੇ ਨੇ। ਕਈ ਵਾਰੀ ਕਿਸੇ ਹੋਰ ਢੰਗ ਦੇ ਨਾਲ ਇਹਨੂੰ ਐਲੈਬੋਰੇਟ ਕੀਤਾ ਜਾਂਦਾ, ਇਹਨੂੰ ਸਾਡੇ ਸਾਹਮਣੇ ਸਾਹਿਬ ਪਾਤਸ਼ਾਹ ਵਿਆਖਿਆਉਂਦੇ ਨੇ, ਖੋਲ੍ਹਦੇ ਨੇ। ਜਿਵੇਂ ਆਹ ਤੁਸੀਂ ਪੈਕੇਜ ਦੇਖ ਰਹੇ ਹੋ, ਇਹਦੇ 'ਚ 3 ਆਈਡੀਆਜ਼ ਨੇ ਮੁੱਖ ਰੂਪ ਦੇ ਵਿੱਚ। ਇੱਕ ਆਈਡੀਆ ਸੀਗਾ ਕਿ ਜੇ ਮੁਹਾਕਾ ਕਰਮੋਂ ਹੈ ਉਥੋਂ ਬਾਤ ਹੋਈ, ਪਿਤਰੀ ਜੋਰ ਕਰੇ ਪਿਤਰ ਪੂਜਣ ਦੇ। ਦੂਸਰਾ ਖਿਆਲ ਸੀਗਾ ਜਿਉਂ ਜੋਰੂ ਸਿਰਨਹਾਵਣੀ, ਜਿਹਦੇ 'ਚ ਸੁੱਚੇ ਹੋਣ ਦੀ ਬਾਤ ਸੀਗੀ। ਤੀਸਰਾ ਖਿਆਲ ਇੱਥੇ ਆ ਰਿਹਾ ਹੈ ਜਿਹਦੇ 'ਚ ਤੁਸੀਂ ਪੜ੍ਹ ਰਹੇ ਹੋ, ਤੁਰੇ ਪਲਾਣੇ ਪਾਉਣ ਵੇ। ਆਪਾਂ ਬਿਲਕੁਲ ਸਿੱਧੇ ਜਪਜੀ ਸਾਹਿਬ 'ਤੇ ਆ ਜਾਂਦੇ ਹਾਂ। ਜਪਜੀ ਸਾਹਿਬ ਦੀਆਂ ਪਹਿਲੀਆਂ ਸਤਰਾਂ ਤੁਸੀਂ ਪੜ੍ਹੋ। ਪਹਿਲੀ ਸਤਰ ਜਿਹੜੀ ਸਾਰਿਆਂ ਤੋਂ ਹੈ, ਸੋਚੈ ਸੋਚ ਨਾ ਹੋ ਗਈ, ਜਿਹਦੀ ਬੀਤੇ ਰੋਜ਼ ਅਸੀਂ ਅੱਜ ਐਗਜ਼ਾਮਪਲ ਦਿੱਤੀ ਸੀ। ਉਸ ਪੌੜੀ ਦੀ ਉਸ ਖਾਸ ਕਰਕੇ ਲਾਈਨ ਦੀ ਜਿਹੜੀ ਤਰਜਮਾਨੀ ਹੈ, ਇਹਦਾ ਸ਼ਲੋਕ ਜਿਹਦੇ 'ਚ ਸੁੱਚੇ ਇਹ ਨਾ ਆਖੀਆਂ ਬਹਿਣ ਜੀ ਪਿੰਡਾ ਤੋਏ, ਇਹਦੀ ਜਾ ਰਹੀ ਹੈ। ਉਹਦੇ ਸਾਹਿਬ ਪਾਤਸ਼ਾਹ ਨੇ ਜਿਹੜੀ ਇੱਕ ਪੀੜ੍ਹੀਆਂ ਤੋਂ ਹਜ਼ਾਰਾਂ ਸਾਲ ਇੱਕ ਪ੍ਰੈਕਟਿਸ ਚੱਲੀ ਕਿ ਭਾਈ ਜਿਵੇਂ ਹੱਥ ਮੈਲਾ ਹੋਇਆ ਮਿੱਟੀ ਨਾਲ ਤੇ ਪਾਣੀ ਨਾਲ ਧੋਤਾ ਲੈ ਗਿਆ, ਖਾਸ ਪੱਤਨ ਖਾਸ ਕਿਸਮ ਦੇ ਥਾਂ ਬਣਾ ਲਏ ਜਾਣ ਜਿਨ੍ਹਾਂ ਨੂੰ ਧਾਰਮਿਕ ਤੌਰ 'ਤੇ ਐਸੀ ਮਾਨਤਾ ਦੇ ਦਿੱਤੀ ਜਾਏ। ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਜ਼ਮੀਰ ਨੂੰ, ਮਨ ਨੂੰ, ਤੁਹਾਡੇ ਅੰਦਰ ਨੂੰ ਮੈਲ ਲੱਗ ਗਈ ਤੇ ਜਾ ਕੇ ਚੁੱਭਾ ਮਾਰੋ ਤੇ ਲੈ ਜਾਏਗੀ। ਫਿਰ ਜਪਜੀ ਸਾਹਿਬ ਦੇ ਵਿੱਚ ਮੈਂ ਬੀਤੇ ਰੋਜ਼ ਇੱਕ ਵਰਡ ਯੂਜ਼ ਕੀਤਾ, ਡਰਿਲਿੰਗ, ਕਿਉਂਕਿ ਚੀਜ਼ਾਂ ਨੂੰ ਵੱਖਰੇ ਵੱਖਰੇ ਐਂਗਲ ਤੋਂ ਮਹਾਰਾਜ ਲਿਆ ਕੇ ਐਕਸਪਲੇਨ ਕਰਦੇ ਨੇ ਤਾਂ ਕਿ ਸਾਨੂੰ ਸੋਝੀ ਆ ਸਕੇ। ਉਹਦੇ 'ਚ ਤੁਸੀਂ ਜਦੋਂ ਖਾਸ ਕਰਕੇ ਮਹਾਰਾਜ ਦਾ ਉਹ ਪਦਾ ਪੜ੍ਹਦੇ ਹੋ, ਪੌੜੀ ਪੜ੍ਹਦੇ ਹੋ, ਇਹ ਸਾਹਿਬ ਜ਼ਿਕਰ ਕਰਦੇ ਨੇ, ਭਰੀਏ ਹੱਥ ਪੈਰ ਤਨ ਦੇ
पानी धोता है उतर सके। भाई पानी की पाया इन्नी की है, तुहाडे हत्थां पैरां नूं मिट्टी लग गई, खे मिट्टी नूं कहा जाता है। कुछ इस किस्म की बात हुई, तुसीं पानी थल्ले करोगे वो धो देगा पानी। ये पाया पानी की पाया इस तो अगे खत्म हो जाती कल्ले दी जदों बॉडी ऑर्डर साडे कपड़ियां चला जाता है। पलीत होने तो मुराद ये है, तुसीं एक ट्रंक च कपड़ा पिया, तुहाडे किते बैग च पिया, तुहाडी कवड़ च टंगिया हैगा, हफ्ता टंगिया, महीना, 1.5 महीना, 3 महीने, बजाते उत्थे कोई किसी किस्म का पोल्यूशन डायरैक्टली ना जाए, डस्ट जिहड़ी है वो किते उत्थे इंटरवीन ना करे, तो वो कपड़ा सुच्चा ही है, वो साफ है। हाँ तुसीं उस कपड़े नूं कवड़ विचों कड्डो जिहड़ा 3 हफ्तियां कवड़ च पिया रहा उवें ही रहा, तुसीं उहनूं सिर्फ 2 घंटे लिए पा के ला दिओ तो कपड़ा हो जा नहीं रहेगा। तुसीं कहोगे लै 3 हफ्ते कपड़े च प्या रहा फिर तो मैला होया नहीं, मैं तो सिर्फ पाया ही घंटा, पाया ही 2 मिनट, इवन 15 मिनट बॉडी ऑर्डर चला जाएगा। उन्होंने कहते हैं पलीत होना। जो कुछ साडी बॉडी जिहड़ी है जेर करती है, छड्डदी है, उही असल दे विच जिन्हों असीं लफ्ज़ मूत कह देते हैं। बुनियादी तौर पर साडे अंदरों ਜਿਹੜੇ ਸਾਡੇ रोम ने रोमां च ਜਿਹੜੀ चीज़ बाहर आ रही है। महाराज कहते पानी की पाया है, हत्थां नूं लगी हुई मिट्टी धो देगा, पर जे किते बॉडी ऑर्डर कपड़ियां च आ गया फिर सर कहते मूत पलीती कपड़ होए, उत्थे पानी कला नहीं धो सकदा। तुसीं पानी चों 10 वारी कढ़ दिओ, पर जिहड़ा उहदे च जिहड़ी खास करके बॉडी की स्मैल चली गई वो नहीं कढ़ पाएगा। उत्थे एक एक्सट्रा चीज़ चाहिए तुहानूं, साबुन, कैमिकल जिहड़ा विच जाएगा नाल उहनूं जिहड़ा है बॉडी ऑर्डर नूं कढ के लैके आएगा। तो सब कहते बंदे मत मन सोझी जिहड़ी तैनूं दिसदी भी नहीं, वो ते भरी भी तूं डस्ट नाल नहीं, खास करके मूत पलीत नाल नहीं, भरी है पापां दे नाल। इहो जी मल लाई है तूं, भरी है मत पापां कैसन। हुण तूं कहना पानी का चुब्बा ला के उहनूं धो लवांगा, इट्स इम्पॉसिबल। ये तेरी सोच ही गलत है। इनू मौलिक रूप में महाराज ने रद्द कर दिता। पहली लाइन क्या सोचा सोच ना हो भी जे सोची लिखवा, ये बात आ गई। फिर दूसरा संकल्प भी सीगा, जिवें अगलियां खास करके 2 लाइनां छड्डांगा उहदे च। उहदा रीजन यह है क्योंकि थॉट्स के अकॉर्डिंगली तुहानूं चीज़ां रिलेट करनियां पैणगियां। जदों साहब जिक्र करते ना भी सहस सियाणपां लख होए, भाव जदों बंदा कजाक बन जाए, जदों बंदा बहुत चलाक होए, तो फिर वो कहिंदा लै आपां ते शक्तियां नूं अपने नाल ला लैंदे आ। जिहड़ा साडा समाज है ना, जिथे तुसीं देखदे हो उंगलां नूं 5 उंगलां ते 5 नग, जे किते पैर नूं धागा, मोढे नूं तवीत, गल विच कुछ होर, लक नूं कुछ होर, ये सारा कुछ लोग सोचदे ना ये लोग जिहड़े ने ये मूर्ख ने, ये बेवकूफ ने, ये कमले ने। माफ़ी मंगांगा, कमले बेवकूफ नहीं, बहुत सियाणे बड़े चलाक लोग ने। ये कहिंदे कि जे माड़ा जिहा कोई तवीत धागा बन्नण नाल कोई देवता, कोई जिन, कोई भूत, कोई ये चीज़ साडी मदद करदी ते की दिक्कत की है? लैट्स डू इट। ये चलाकी चों आ रही बिरती है, जिहड़ी बिरती है सोचदी है किसी सुपर नैचुरल पावर नूं, किसी अदृष्ट ताकत नूं, किसी दूसरी इहो जी चीज़ नूं इहनूं किसी तरीके नाल अपने वस च कीता जाए, इनू खुश करके असीं कुछ ना कुछ गेन कर लीए, कुछ ना कुछ प्राप्त कर लीए। पर अल्टीमेटली कुदरत का निज़ाम है, जिहड़ा बंदा अपने आप नूं बहुत चलाक मनदा है ना, बहुता कजाक मनदा है, जिथों असीं बड़ी कनिंग अते क्लैवरनैस किस्म की जिहड़ा साडे च करैक्टर आउंदा हैगा, ये एंड ऑफ द डे सानूं बेवकूफ बना दिंदा है, सानूं मूर्ख बना दिंदा है, साडी मत भुआ दिंदा है। बंदे नूं अंग्रेजी का एक सेइंग हैगी, शायद तुसीं कदी पढ़ी होए, गारबेज इन गारबेज आउट। कोई प्रोडक्शन मशीन है ना, ਉਹਦੇ ਇੱਕ ਪਾਸਿਓਂ ਰਾ ਮਟੀਰੀਅਲ ਪੈਣਾ ਹੈ, ਤੁਸੀਂ ਗਾਰਬੇਜ ਵਾਲਾ ਰਾ ਮਟੀਰੀਅਲ ਲਿਆ ਕੇ ਪਾਓ ਮਾੜਾ ਪਾਓ, ਉਹਦਾ ਫਾਈਨ ਪ੍ਰੋਡਕਟ ਕੀ ਹੋਏਗਾ? ਉਹ ਵੀ ਗਾਰਬੇਜ ਹੀ ਹੋਏਗਾ, ਕਿਉਂਕਿ ਤੁਸੀਂ ਉਹੀ ਪਾਇਆ ਹੈ ਨਾ। ਜਿਹੜਾ ਸਾਡੀ ਥਾਟ ਪ੍ਰੋਸੈਸਿੰਗ ਹੈ ਨਾ, ਇਹਦੇ 'ਚ ਇਨ ਐਂਡ ਆਊਟ ਹੈ। ਇਨ ਜੋ ਕੁਝ ਦੇ ਅੰਦਰ ਜਾਂਦਾ ਹੈ, ਸਾਡੀ ਸਰੋਤ, ਸਾਨੂੰ ਆਲੇ ਦੁਆਲੇ ਦੇ ਖਿਆਲ, ਸੋਚਾਂ, ਵਿਚਾਰਾਂ, ਇਹ ਅਸੀਂ ਇਨ ਕਰਦੇ ਹਾਂ, ਇਨਪੁਟ ਹੈ, ਅਸੀਂ ਲੈ ਰਹੇ ਹਾਂ। ਫਿਰ ਜਿਹੜੀ ਆਊਟਪੁੱਟ ਆ ਰਹੀ, ਜਿਹੜੀ ਖਾਸ ਕਰਕੇ ਅਸੀਂ बाहर कढ़ रहे हैं, वो साडे एक्ट ने, अमल ने, साडे जीवन का लहजा है, ये सारे का सारा आउटपुट है साडी, जिहड़ी असीं दे रहे हैं, बाहर दे रहे हैं। उस रूप दे विच जे इनपुट ही माड़ी हो गई,
ਬੰਦੇ ਨੇ ਕਿਸੇ ਸੂਝਵਾਨ ਦੀ, ਸਿਆਣੇ ਦੀ, ਚੰਗੇਰੇ ਦੀ ਉਸ ਕਿਸਮ ਦੇ ਖਿਆਲ ਲੈਣੇ ਬੰਦ ਕਰ ਦਿੱਤੇ ਤੇ ਇੱਕ ਬੱਝੀ ਹੋਈ ਕਿਸੇ ਇੱਕ ਸੋਚ ਦੀ ਧਾਰਾ ਦੇ ਵਿੱਚ ਵਹਿਮ ਦੰਭ ਪਖੰਡ ਦੇ ਕਿਸੇ ਉਸ ਰੂਪ ਵਿੱਚ ਫੜਿਆ ਗਿਆ, ਜਿਵੇਂ ਪਿਤਰ ਪੂਜਾ ਹੈ, ਟ੍ਰੈਡੀਸ਼ਨਲ ਵੇ ਚੋਂ ਪਿੱਛੋਂ ਆ ਰਹੀ ਹੈ ਤੇ ਬੰਦੇ ਨੇ ਉਹਨੂੰ ਬਸ ਲਕੀਰ ਦਾ ਫਕੀਰ, ਸਾਡੇ ਪੁਰਖੇ ਕਰਦੇ ਸਾਨੂੰ ਨਹੀਂ ਪਤਾ। ਵੀਰਵਾਰ ਦਾ ਉਹ ਜਿਹੜਾ ਹੈ ਖੀਰ ਬਣਾਉਂਦੇ ਸੀ, ਜਠੇਰਿਆਂ ਤੇ ਚੜਾਉਂਦੇ ਸੀਗੇ, ਫਲਾਣੇ ਵਾਰ ਆ ਕਰਦੇ ਸੀ, ਫਲਾਣਾ ਚੀਜ਼ ਇਸ ਤਰੀਕੇ ਨਾਲ ਕਰਦੇ ਸੀਗੇ। ਭਾਈ ਗੁਰਦਾਸ ਜੀ ਦਾ ਇੱਕ ਬਚਨ ਹੈ ਬੜਾ ਖੂਬਸੂਰਤ, ਸ਼ਾਇਦ ਕਦੀ ਆਪਨੇ ਪੜ੍ਹਿਆ ਸੁਣਿਆ ਹੋਏ। ਉਹ ਕਹਿੰਦੇ ਵੀ ਆਪਣੋ ਸੁਵਨ ਸਭ ਕਾਹੂ ਹੈ ਸੁੰਦਰ ਲਾਗੈ, ਸਫਲ ਸੁੰਦਰਤਾ ਸੰਸਾਰ ਮੈਂ ਸਰਾਹੀ ਹੈ। ਆਪਣੋ ਸੁਵਨ ਸਭ ਕਾਹੂ ਹੈ ਸੁੰਦਰ ਲਾਗੈ, ਸੁਵਨ ਪੁੱਤਰ ਨੂੰ ਕਿਹਾ ਜਾਂਦਾ, ਔਲਾਦ ਨੂੰ। ਇਹਦੀ ਇੱਕ ਛੋਟੀ ਜਿਹੀ ਐਗਜ਼ਾਮਪਲ ਵੀ ਹੈ। ਸਰਦਾਰ ਕਰਮ ਸਿੰਘ ਹਿਸਟੋਰੀਅਨ, ਬੜੀ ਉਮਦਾ ਸ਼ਖਸੀਅਤ, ਦਾਨਿਸ਼ਮੰਦ, ਜਿਨ੍ਹਾਂ ਦਾ ਨਾਮ ਵੀ ਬੜੇ ਅਦਬ ਤੇ ਸਤਿਕਾਰ ਨਾਲ ਲੈਣਾ ਚਾਹੀਦਾ ਹੈ। ਉਹਨਾਂ ਨੇ ਇੱਕ ਬਾਤ ਲਿਖੀ ਬੜੀ ਸੋਹਣੀ। ਉਹ ਕਹਿੰਦੇ ਵੀ ਹੋਇਆ ਇਹ, ਇੱਕ ਨਾ ਵਿਦਿਆਰਥੀ ਕਲਾਸ ਵਿੱਚ ਪੜ੍ਹਦਾ, ਉਹਨੇ ਆਪਣਾ ਪੈਨ ਜਾਂ ਪੈਨਸਿਲ ਲਈ ਤੇ ਪੇਪਰ ਦੇ ਉੱਤੇ ਇੱਕ ਮੋਰ ਦੀ ਤਸਵੀਰ ਬਣਾ ਦਿੱਤੀ। ਉਹ ਬਣਾ ਕੇ ਤੇ ਆਪਣੇ ਨਾਲ ਦੇ ਸਹਿਪਾਠੀਆਂ ਨੂੰ ਵਿਖਾਉਂਦਾ। ਉਹ ਕਹਿੰਦੇ ਵੀ ਬੜੀ ਆਲਾ ਬਣਾਈ ਹੈ, ਕਿਆ ਹੀ ਕਮਾਲ ਹੈ ਤੇਰੀ, ਬਹੁਤ ਵਧੀਆ, ਤੇਰਾ ਹੱਥ ਬੜਾ, ਤੇਰੇ ਹੱਥ ਸ਼ਫਾ ਬੜੀ ਹੈ, ਤੇਰੀ ਡਰਾਇੰਗ ਬੜੀ ਵਧੀਆ। ਇਸ ਕਿਸਮ ਦੀ ਬਾਤ ਹੋਈ। ਉਹ ਤਿੜ ਪਿਆ ਵੀ ਮੈਂ ਆਰਟਿਸਟ ਬਣ ਗਿਆ। ਇੱਕ ਹੋਰ ਐਗਜ਼ਾਮਪਲ ਦਿੱਤੀ। ਹੁਣ ਤੇ ਖੈਰ ਉਹ ਜਿਹੜੇ ਨੇ ਉਸ ਕਿਸਮ ਦੀ ਬਾਤ ਨਹੀਂ ਰਹੀ। ਪਹਿਲਾਂ ਘਰਾਂ 'ਚ ਸਵਾਣੀਆਂ ਹੱਥਾਂ ਨਾਲ ਕੱਚੇ ਮਕਾਨਾਂ ਨੂੰ ਲਿਪਦੀਆਂ ਸੀਗੀਆਂ, ਉਹ ਸਾਰਾ ਕੁਝ ਹੁੰਦਾ ਸੀਗਾ। ਸਾਡੀ ਸੋਝੀ ਤੋਂ ਬਹੁਤ ਪਹਿਲਾਂ ਦੀਆਂ ਬਾਤਾਂ ਨੇ। ਸਾਡੀ ਸੋਝੀ 'ਤੇ ਕੰਕਰੀਟ ਆ ਚੁੱਕੀ ਸੀ ਸਾਰੀ। ਅਸੀਂ ਮੇਰੇ ਖਿਆਲ 'ਚ ਮੈਂ ਆਪਣੇ ਪਿੰਡ 'ਚ ਇੱਕ ਜਾਂ ਦੋ ਮਕਾਨ ਦੇਖੇ ਹੋਣਗੇ ਜਿਹੜੇ ਐਵੇਂ ਲਿਪੇ ਵਗੈਰਾ ਹੋਣਗੇ, ਉਹ ਵੀ ਢਹਿਣ ਵਾਲੇ ਸੀ ਆਲਮੋਸਟ। ਉਹ ਕਹਿੰਦੇ ਹੱਥਾਂ ਨਾਲ ਲਿਪਦੀਆਂ ਹੁੰਦੀਆਂ ਸੀ ਤੇ ਉਹਦੇ ਉੱਤੇ ਬਾਅਦ ਦੇ ਵਿੱਚ ਫਿਰ ਉਹਨੂੰ ਰੰਗ ਕਰਕੇ ਉਹਦੇ ਉੱਤੇ ਮੂਰਤਾਂ ਵਗੈਰਾ ਵੀ ਬਣਾਉਂਦੀਆਂ ਸੀ। ਇੱਕ ਸਵਾਣੀ ਨੇ ਮੋਰ ਦੀ ਮੂਰਤ ਬਣਾਈ ਆਪਣੇ ਘਰ ਦੀ ਦੀਵਾਰ ਤੇ। ਉਹਨੇ 4-5 ਗੁਆਂਢਣਾਂ ਨੂੰ ਬੁਲਾ ਕੇ ਕਿਹਾ ਵੀ ਆ ਕਿਵੇਂ ਬਣੀ? ਉਹ ਕਹਿੰਦੇ ਨੇ ਕਿਆ ਹੀ ਕਮਾਲ ਹੈ, ਬਹੁਤ ਹੀ ਵਧੀਆ। ਹੁਣ ਨਾ ਉਹਨਾਂ ਸਵਾਣੀਆਂ ਨੂੰ ਪਤਾ ਵੀ ਮੋਰ ਦੀ ਮੂਰਤ ਕੈਸੀ ਹੁੰਦੀ ਹੈ, ਨਾ ਉਸ ਬਣਾਉਣ ਵਾਲੀ ਨੂੰ ਪਤਾ। ਉਸ ਬੱਚੇ ਨੂੰ ਜਿਹਨੇ ਪੈਨਸਿਲ ਦੇ ਨਾਲ ਕੁਝ ਜਿਹੜਾ ਹੈ ਇਸ ਕਿਸਮ ਦਾ ਸਕੈਚ ਕੱਢਿਆ ਵੀ ਮੋਰ ਦਾ ਇਸ ਕਿਸਮ ਨਾਲ ਬਣਾਇਆ ਹੈ, ਨਾ ਉਹਨੂੰ ਪਤਾ ਵੀ ਸਹੀ ਰੂਪ ਦੇ ਵਿੱਚ ਆਰਟ ਕੀ ਹੁੰਦੀ ਹੈ ਤੇ ਆਰਟ ਦੀਆਂ ਕੀ ਲਿਮਿਟੇਸ਼ਨਸ ਤੇ ਕਿਸ ਕਿਸਮ ਦੀ ਉਹਦੀ ਜਿਹੜੀ ਹੈ ਕ੍ਰਾਈਟੇਰੀਆ ਨਾਪਣ ਦਾ, ਨਾ ਉਹਦੇ ਸਾਥੀਆਂ ਨੂੰ। ਪਰ ਉਹ ਵੀ ਕਹਿ ਰਿਹਾ ਹਾਂ ਮੋਰ ਬਣਿਆ ਬੜਾ ਵਧੀਆ, ਉਹ ਵੀ ਕਹਿ ਰਹੇ ਨੇ ਹਾਂ ਮੋਰ ਬਣਿਆ। ਇੱਕ ਬਹੁਤ ਉਮਦਾ ਨਾਮਵਰ ਆਰਟਿਸਟ ਹੈ, ਉਹ ਵੀ ਇੱਕ ਜਿਹੜਾ ਹੈ ਕਿਸੇ ਤਰੀਕੇ ਨਾਲ ਕੈਨਵਸ ਤੇ ਕੋਈ ਚੀਜ਼ ਉਤਾਰਦਾ ਹੈ, ਉਹ ਵੀ ਬਣਾਉਂਦਾ ਹੈ ਮੋਰ। ਹੁਣ ਜਿਹੜਾ ਉਹ ਬਣਿਆ ਹੋਇਆ ਮੋਰ ਹੈ ਉਹ ਅਸਲ ਵਿੱਚ ਮੋਰ ਹੈ, ਉਹ ਅਸਲ ਵਿੱਚ ਖੂਬਸੂਰਤੀ ਦਾ ਹੋਏਗਾ, ਕਿਉਂਕਿ ਉਹ ਆਰਟਿਸਟ ਨੂੰ ਪਤਾ ਇਸ ਚੀਜ਼ ਦਾ। ਐਗਜ਼ੈਕਟਲੀ ਇਨ ਬਿਨ ਅਸੀਂ ਜਦੋਂ ਸਮਾਜ ਵਿੱਚ ਵਿਚਰਦੇ ਹਾਂ, ਅਸੀਂ ਆਪਣੀਆਂ ਆਰ ਔਲਾਦਾਂ ਨੂੰ ਦੇਖਦੇ ਹਾਂ। ਭਾਈ ਗੁਰਦਾਸ ਜੀ ਕਹਿੰਦੇ ਨੇ ਆਪਣੋ ਸਵਨ ਕਾ ਸਭ ਕਾਹੂ ਹੈ ਸੁੰਦਰ ਲਾਗੈ। ਆਪੋ ਆਪਣੀ ਔਲਾਦ ਵੇਖਦਾ, ਬੰਦੇ ਨੂੰ ਬੜੀ ਸੋਹਣੀ ਲੱਗਦੀ, ਹਾਂ ਮੇਰਾ ਪੁੱਤਰ ਬੜਾ ਸੋਹਣਾ, ਮੇਰੀ ਧੀ ਬੜੀ ਸੋਹਣੀ ਹੈ। ਉਸ ਰੂਪ ਦੇ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਨੋ ਡਾਊਟ, ਕਿਉਂਕਿ ਤੇਰੀ ਮਾਪੇ ਵਾਲੀ ਅੱਖ ਹੈ, ਤੂੰ ਵੇਖ ਰਿਹਾ, ਤੈਨੂੰ ਸੁਹੱਪਣ ਲੱਗਦਾ, ਤੈਨੂੰ ਚੰਗਾ ਲੱਗਦਾ ਹੈ। ਪਰ ਸਫਲ ਸੁੰਦਰਤਾ ਸੰਸਾਰ ਮੈਂ ਸਰਾਹੀ ਹੈ। ਅਸਲ ਖੂਬਸੂਰਤ ਉਦੋਂ ਪਤਾ ਲੱਗੇਗਾ ਜਦੋਂ ਸੰਸਾਰ ਦੇ ਕੋਈ 10 ਬੱਚਿਆਂ 'ਚ ਖੜਾ ਕਰਕੇ ਵੇਖਿਆ ਵੀ ਹਾਂ ਵੀ ਆਹ ਖੂਬਸੂਰਤ ਹੈ, ਫਿਰ ਪਤਾ ਲੱਗੇਗਾ। ਐਗਜ਼ੈਕਟਲੀ ਉਹਨਾਂ ਫਿਰ ਇਹ ਐਗਜ਼ਾਮਪਲ ਇੱਕ ਦੇ ਕੇ ਅਗਲੀ ਬਾਤ ਕਹੀ, ਕਹਿਣਗੇ ਆਪਣੋ ਕਰਮ ਕੁਲਾ ਧਰਮ ਸਭ ਕੋ ਕਰੈ। ਆਪਣੇ ਕੁਲਾ ਕਰਮ ਧਰਮ ਵੀ ਸਾਡੇ ਪੁਰਖੇ ਆ ਕਰਦੇ ਸੀਗੇ, ਅਸੀਂ ਐਵੇਂ ਕਰਨਾ, ਇਹਨੂੰ ਧਰਮ ਬਣਾ ਲਿਆ। ਸਾਡੇ ਪੁਰਖੇ ਵੀਰਵਾਰ ਨੂੰ ਖੀਰ ਨਹੀਂ ਸੀ ਬਣਾਉਂਦੇ, ਅਸੀਂ ਨਹੀਂ ਬਣਾਉਣੀ। ਸਾਡੇ ਪੁਰਖੇ ਸ਼ਨੀਵਾਰ ਨੂੰ ਆਹ ਨਹੀਂ ਸੀ ਕਰਦੇ, ਅਸੀਂ ਆਹ ਨਹੀਂ ਕਰਾਂਗੇ। ਉਹ ਇੱਥੇ ਤੇਲ ਪਾਉਂਦੇ ਸੀ, ਉਹ ਇੱਥੇ ਜੰਡ ਪੂਜਦੇ ਸੀ। ਇਹ ਬੁਨਿਆਦੀ ਤੌਰ ਤੇ ਧਰਮ ਨਹੀਂ, ਇਹ ਤੇ ਪੁਰਖਿਆਂ ਤੋਂ ਆ ਰਹੀ ਕੋਈ ਟ੍ਰੈਡੀਸ਼ਨ ਹੈ, ਕੋਈ ਪਰੰਪਰਾ ਹੈ, ਜਿਹਨੂੰ ਐਜ਼ ਇਟ ਇਜ਼ ਅਸੀਂ ਅਡਾਪਟ ਕਰ ਲਿਆ। ਅਸੀਂ ਉਹਨੂੰ ਕਦੀ ਤਰਕ ਦੀ ਸਾਣ ਤੇ ਲਾ ਕੇ ਨਹੀਂ ਦੇਖਿਆ, ਅਸੀਂ ਉਹਨੂੰ ਕਦੀ ਜਿਹੜੀ ਹੈ ਸਹੀ ਰੂਪ ਦੇ ਧਰਮ ਦੀ ਤਕੜੀ ਤੋੜ ਕੇ ਨਹੀਂ ਦੇਖਿਆ। ਇੱਕ ਹੋਰ ਵੀ ਬਾਤ ਹੈ, ਜਿਵੇਂ ਮੈਂ ਸਾਰੀ ਬਾਤ ਕਹਿ ਰਿਹਾ ਹਾਂ, ਜਿਹੋ ਜਿਹਾ ਜ਼ਮਾਨਾ ਚੱਲ ਰਿਹਾ, ਜਿਹੋ ਜਿਹਾ ਯੁੱਗ ਚੱਲ ਰਿਹਾ ਨਾ, ਅਗਲਾ ਬੰਦਾ ਮੈਨੂੰ ਰਾਈਟ ਵੇ ਟੋਕ ਕੇ ਇਟਸ ਨਨ ਆਫ ਯੂਰ ਬਿਜ਼ਨਸ, ਹਾਊ ਕੈਨ ਯੂ ਸੇ ਅਸ ਵਟ ਸ਼ੁਡ ਆਈ ਡੂ ਐਂਡ ਵਟ ਸ਼ੁਡਨਟ ਵੀ ਡੂ। ਬਿਲਕੁਲ ਠੀਕ ਗੱਲ ਹੈ, ਬਾਣੀ ਵੀ ਬਾਤ ਕਹਿੰਦੀ ਹੈ, ਇਸ ਰੂਪ ਵਿੱਚ ਵੀ ਬਾਤ ਹੈ। ਸਾਹਿਬ ਜ਼ਿਕਰ ਕਰਦੇ ਨੇ ਸਭ ਕੋ ਪੂਰਾ ਆਪੋ ਹੈ। ਕਿਸੇ ਨੂੰ ਤੁਸੀਂ ਕੋਲ ਜਾ ਕੇ ਦੇਖੋ, ਉਹ ਬੰਦਾ ਕਹਿੰਦਾ ਤੈਨੂੰ ਕੀ ਪਤਾ, ਜੋ ਮੈਂ ਕਰ ਰਿਹਾ ਠੀਕ ਕਰ ਰਿਹਾ। ਪਰ ਮਹਾਰਾਜ ਕਹਿੰਦੇ ਨੇ ਇੱਕ ਚੀਜ਼ ਹੋਰ ਵੀ ਛੋਟਾ ਜਿਹਾ ਖਿਆਲ ਕਰੀ, ਕਿਉਂਕਿ ਜਿਹੜਾ ਧਰਮ ਕਰਮ ਹੈ ਇਹ ਬੜੀ ਦੂਰ ਤੱਕ ਜਾਂਦਾ ਹੈ। ਇਹ ਇਸ ਜੀਵਨ ਤੋਂ ਲੈ ਕੇ ਇਸ ਜੀਵਨ ਤੋਂ ਬਾਅਦ ਤੱਕ ਪਸਰਦਾ ਹੈ। ਇੱਕ ਪੀੜ੍ਹੀ ਤੋਂ ਲੈ ਕੇ ਅਗਲੀਆਂ ਆਉਣ ਵਾਲੀਆਂ ਸੈਂਕੜੇ ਪੀੜ੍ਹੀਆਂ ਤੱਕ ਦਾ ਪ੍ਰਭਾਵ ਪੈਂਦਾ ਹੈ। ਤੇ ਫਿਰ ਇੱਕ ਥਾਂ ਤੇ ਨਹੀਂ, ਸਮਾਜ ਦਾ ਇੱਕ ਤਬਕਾ, ਇੱਕ ਪਰਿਵਾਰ, ਇੱਕ ਹਿੱਸਾ ਕਰਦਾ ਹੈ,
ਅਲਟੀਮੇਟਲੀ ਸਮਾਜ ਦੇ ਇੱਕ ਵੱਡੇ ਹਿੱਸੇ ਦਾ ਕਈ ਵਾਰੀ ਪਰਛਾਵਾਂ ਵੀ ਪੈਂਦਾ ਹੈ। ਇਸ ਕਰਕੇ ਸਾਹਿਬ ਮਹਾਰਾਜ ਦਾ ਪਾਵਨ ਬਚਨ ਅਸੀਂ ਇਹ ਪੜ੍ਹਦੇ ਹਾਂ। ਸਾਹਿਬ ਕਹਿੰਦੇ ਨੇ ਵੀ ਭਲਿਆ ਸਭ ਕੋ ਪੂਰਾ ਆਪੋ ਹੋਵੇ, ਘਟ ਨਾ ਕੋਈ ਆਖ ਹੈ, ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੈ। हे ਨਾਨਕ, ਜਿਹੜਾ ਅਸਲ ਧਰਮ ਦਾ ਵੱਟਾ ਹੈ ਪਤ ਪਰਵਾਣਾ, ਉਹ ਪਾ ਪਿੱਛੇ, ਫਿਰ ਤੋਲ ਤਕੜੀ ਦੇ ਵਿੱਚ, ਫਿਰ ਦੇਖ ਵੀ ਧਰਮ ਕੁਲਾ ਧਰਮ ਕੁਝ ਲਾਹੇ ਦਾ ਵੀ ਹੈ ਕਿ ਨਹੀਂ ਹੈ। ਭਾਈ ਗੁਰਦਾਸ ਜੀ ਕਹਿੰਦੇ ਆਪਣੋ ਕਰਮ ਕੁਲਾ ਕਰਮ ਸਭ ਕੋ ਕਰੈ, ਕਿ ਜਾਹੂ ਭਲੋ ਕਰਮ ਲੋਕ ਵੇਦ ਅਵਗਾਹੀ ਹੈ। ਅਸਲ ਵਿੱਚ ਜਿਹੜਾ ਅਸਲ ਕਰਮ ਹੈ ਜਿਹਨੂੰ ਲੋਕ ਵੇਦ, ਇਹ ਸਨਾਤਨ ਵੇਦ ਨਹੀਂ ਕਹੇ, ਲੋਕ ਵੇਦ। ਲੋਕ ਵੇਦ ਕੀ ਹੈ? ਜਿਹੜਾ ਲੋਕ ਭਲਾਈ ਵਾਸਤੇ ਉਸਰਿਆ ਹੋਏ, ਜਿਵੇਂ ਬਾਣੀ ਲੋਕ ਵੇਦ ਹੈ। ਇਹ ਪੰਜਵਾਂ ਵੇਦ ਨਹੀਂ, ਇਹ ਲੋਕ ਵੇਦ ਹੈ। ਲੋਕ ਬੋਲੀ ਵਿੱਚ ਹੈ, ਲੋਕ ਭਲੇ ਵਾਸਤੇ ਹੈ ਤੇ ਲੋਕ ਪਰਉਪਕਾਰਤਾ ਵਾਸਤੇ। ਜੇ ਤੁਸੀਂ ਲੋਕ ਲਫ਼ਜ਼ ਬੜਾ ਪਿਆਰਾ ਲਫ਼ਜ਼ ਹੈ, ਲੋਕ ਗੀਤ। ਉਹ ਗੀਤ ਜਿਹੜਾ ਕਿਸੇ ਇੱਕ ਨੇ ਨਹੀਂ ਲਿਖਿਆ, ਜਿਹੜਾ ਲੋਕਾਂ ਦੇ ਜ਼ਿਹਨ ਵਿੱਚੋਂ ਉਸਰਿਆ ਹੈ, ਲੋਕ ਗੀਤ ਹੁੰਦਾ ਹੈ। ਲੋਕ ਨਾਚ, ਲੋਕ ਕਾਫੀਆ, ਇਨ ਬਿਨ ਲੋਕ ਵੇਦ। ਇਹੋ ਵੇਦ ਹੈ ਜਿਹੜਾ ਲੋਕਾਂ ਵਾਸਤੇ, ਲੋਕਾਂ ਦੁਆਰਾ ਅਤੇ ਲੋਕ ਬੋਲੀ ਦੇ ਵਿੱਚ ਲਿਖਿਆ ਗਿਆ। ਭਾਈ ਗੁਰਦਾਸ ਜੀ ਕਹਿੰਦੇ ਇਹੋ ਜਿਹੇ ਲੋਕ ਵੇਦ ਦੀ ਕਸਵੱਟੀ ਲਾ ਕੇ ਵੇਖਿਓ ਕਿ ਇਹ ਠੀਕ ਹੈ। ਉਹ ਪਿਤਰ ਪੂਜਾ ਹੈ, ਉਹ ਜਠੇਰੇ ਪੂਜਣੇ ਨੇ, ਉਹ ਸਭ ਕੁਝ ਹੈ। ਇਸ ਕਿਸਮ ਦੀ ਜਿਹੜੀ ਕਜ਼ਾਕੀਅਤ ਵਗੈਰਾ ਤੂੰ ਕਰਦਾ ਹੈ ਨਾ, ਵੀ ਮੈਂ ਅਕਸਰ ਕਈ ਵਾਰੀ ਜ਼ਿਕਰ ਕਰਦਾ, ਉਲਾਮਾ ਇਕਬਾਲ ਨੇ ਬੜੀ ਸੋਹਣੀ ਇੱਕ ਬਾਤ ਕਹੀ ਸੀ। ਉਹ ਕਹਿੰਦੇ ਜਦੋਂ ਬੰਦਾ ਸ਼ੈਤਾਨ ਹੋ ਜਾਏ ਨਾ, ਚਲਾਕ ਹੋ ਜਾਏ, ਫਿਰ ਉਹ ਇਸ ਤਰ੍ਹਾਂ ਦੇ ਕੰਮ ਕਰਦਾ ਹੈ ਕਿ ਉਹ ਕਹਿੰਦਾ ਵੀ ਚੰਦਾ ਵੀ दिया मस्जिद में, पैग भी पी होटल में, शैतान भी खुश रहे, खुदा भी बेजार ना हो। ਜਦੋਂ ਕਿਤੇ ਵਕਤ ਬਣਦਾ ਹੈ ਤੇ ਧਰਮ ਮੰਦਰ ਚੰਦਾ ਦੇਣ ਲੱਗੇ, ਬੰਦਾ ਕਹਿੰਦਾ ਵੀ ਗੱਲ ਹੀ ਕੁਝ ਨਹੀਂ, ਐਨ ਬਿਲਕੁਲ ਉਸ ਰੂਪ ਵਿੱਚ। ਜਦੋਂ ਵਕਤ ਬਣਦਾ ਹੈ ਫਿਰ ਉਦੋਂ ਲੋਕਾਂ ਨੇ ਵੀ ਦੱਸਦਾ ਵੀ ਜਿਹੋ ਜਿਹੀਆਂ ਬੋਤਲਾਂ ਅਸੀਂ ਖੋਲ੍ਹਣੇ, ਇਹੋ ਜਿਹੇ ਕੋਈ ਬੋਤਲਾਂ ਵੀ ਨਹੀਂ ਖੋਲ੍ਹਣੀਆਂ। ਇਹ ਹੈ ਉਹ ਰੂਪ। ਕਿਉਂਕਿ ਤੁਹਾਨੂੰ ਪਤਾ ਵੀ ਇਹ ਪਾਰਟੀਆਂ ਕਿਵੇਂ ਅਰੇਂਜ ਕਰਨੀਆਂ ਨੇ, ਇਹ ਵੀ ਪਤਾ ਸਾਨੂੰ ਵੀ ਧਾਰਮਿਕ ਫੰਕਸ਼ਨਸ ਕਿਵੇਂ ਇਸ ਤਰੀਕੇ ਨਾਲ ਚਲਾਣੇ ਨੇ। ਇਸ ਕਿਸਮ ਦੇ ਲੋਕ ਜਿਹੜੇ ਨੇ ਫਿਰ ਪਿਤਰ ਪੂਜਾ, ਇਸ ਕਿਸਮ ਦੀ ਆਸਥਾ ਕਰਾ ਕੇ, ਖਾਨੇ ਬਣਾ ਕੇ ਜੀ ਕੇ ਵੀ ਪਿਤਰਾਂ ਨੂੰ ਇਹ ਖੁਸ਼ ਕਰ ਲਿਆ, ਜਠੇਰਿਆਂ ਨੂੰ ਐਵੇਂ ਖੁਸ਼ ਕਰ ਲਿਆ, ਦੂਜਿਆਂ ਨੂੰ ਐਵੇਂ ਖੁਸ਼ ਕਰ ਲਿਆ, ਤੇ ਇਸ ਤਰੀਕੇ ਨਾਲ ਅਸੀਂ ਰੱਬ ਨੂੰ ਜਿਹੜਾ ਹੈ ਨਵਾਜ ਲਿਆ। ਮਹਾਰਾਜ ਨੇ ਉਹਦੀ ਬਾਤ ਕੀਤੀ, ਜੇ ਮੁਹਾਕਾ ਕਰ ਮੋਹੇ ਵਾਲੇ ਪਦੇ ਦੇ ਵਿੱਚ, ਜਿਹੜਾ ਮੈਂ ਬੇਨਤੀ ਕਰ ਰਿਹਾ ਸੀਗਾ ਵੀ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਉਸੇ ਪਦੇ ਦੇ ਵਿੱਚ ਇੱਕ ਪੰਕਤੀ ਹੋਰ ਤੁਸੀਂ ਪੜ੍ਹਦੇ ਹੋ, ਜਦੋਂ ਸਾਹਿਬ ਨੇ ਕਿਹਾ ਸੀ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਪਾਰ। ਬੰਦੇ ਨੇ ਇਹ ਵੀ ਅਹਿਸਾਸ ਕੀਤਾ, ਜਿਵੇਂ ਪਿਛਲੀ ਸਦੀ ਦੇ ਵਿੱਚ ਬੜਾ ਉਮਦਾ ਬੁਲਾਰਾ ਫਿਲਾਸਫਰ, ਕੋਈ ਮੁਕਾਬਲਾ ਨਹੀਂ ਉਸ ਬੰਦੇ ਦਾ ਬੋਲਣ ਦੇ ਵਿੱਚ। ਜੈਸਾ ਬੁਲਾੜ ਉਹ ਸੀਗਾ, ਐਸਾ ਬੁਲਾੜ ਹੋਣਾ ਬੜਾ ਔਖਾ ਹੈ ਰਜਨੀਸ਼। ਪਰ ਹਾਂ, ਜੋ ਨੇ ਵਰਤਾਇਆ ਉਹ ਕੋਈ ਬਹੁਤ ਵਧੀਆ ਅਵਸਥਾ ਨਹੀਂ ਸੀ। ਇਹ ਫਰੈਂਕਲੀ ਮੈਂ ਤੁਹਾਡੇ ਸਾਹਮਣੇ ਕਹਿ ਰਿਹਾ, ਕਿਉਂਕਿ ਅੱਜ ਵੀ ਉਹਦੀ ਜਦੋਂ ਐਨਾਲਿਸਿਸ ਹੁੰਦੇ ਨੇ ਸਾਰੇ ਉਹ ਰੀਸੈਂਟਲੀ ਬਹੁਤ ਸਾਰੀਆਂ ਉਹਦੇ ਨਾਲ ਰਹਿਣ ਵਾਲੇ ਸਾਥੀਆਂ ਦੀ ਕਿਤਾਬਾਂ ਆਈਆਂ ਨੇ, ਉਹਨਾਂ ਐਨਾਲਿਸਿਸ ਕਰਕੇ ਦੱਸਿਆ ਕਿ ਉਹਨੇ ਧਰਮ ਨੂੰ ਇਹੀ ਮੰਨ ਦਿੱਤਾ ਵੀ ਜੋ ਤੁਹਾਡਾ ਮਨ ਕਰਦਾ ਕਰੋ, ਇਹ ਧਰਮ ਹੈ। ਹੁਣ ਮਨ ਦਾ ਸੁਭਾਅ ਹੈ ਤੇ ਬਾਣੀ ਤੋਂ ਬਾਹਰ ਦਾ ਬਚਨ, ਪਰ ਬਿਲਕੁਲ ਬਾਣੀ ਦੇ ਮੈਸੇਜ ਨੂੰ ਡਿਲੀਵਰ ਕਰਦਾ ਹੈ। ਮਨ ਲੋਚੈ ਬੁਰਾਈਆਂ, ਬੁਰਾ ਵੱਧ ਲੋਚਦਾ। ਮਨ ਨੂੰ ਬਹੁਤ ਘੱਟ ਖੁਸ਼ੀ ਹੁੰਦੀ ਹੈ। ਸਪੋਜ਼ ਕਰੋ, ਅਕਸਰ ਇਹ ਬੰਦੇ ਦੀ ਜ਼ਹਿਨੀਅਤ ਹੈ। ਅਸੀਂ ਸੰਸਾਰ ਵਿੱਚ ਵਿਚਰਦੇ ਹਾਂ, ਜਿਹੜਾ ਸਾਡੇ ਅੰਦਰ ਜਿਹਨੂੰ ਕਿਹਾ ਜਾਂਦਾ ਹੈ ਐਨਵੀ ਕੰਪਲੈਕਸ, ਬੰਦੇ ਦੇ ਵਿੱਚ ਈਰਖਾਵਸ ਜਿਹੜਾ ਸੁਭਾਅ ਆ ਜਾਣਾ, ਇਹ ਆਮ ਬਾਤ ਹੈ। ਸਪੋਜ਼ ਕਰੋ ਤੁਹਾਡਾ ਕੋ ਵਰਕਰ ਹੈ, ਤੁਹਾਡਾ ਆਂਢ ਗੁਆਂਢ ਹੈ, ਤੁਹਾਡਾ ਸੱਜਣ ਮਿੱਤਰ ਹੈ, ਆ ਕੇ ਦੱਸਦਾ ਵੀ ਆਹ ਗੱਲ ਬਣੀ ਹੈ, ਮੈਨੂੰ ਇੱਜ਼ਤ ਮਿਲੀ ਹੈ ਫਲਾਂ ਜਗ੍ਹਾ ਤੋਂ, ਮੇਰੇ ਸਿਰ ਤੇ ਪੱਗ ਰੱਖੀ ਗਈ ਹੈ, ਮੈਨੂੰ ਤਾਜ ਮਿਲਿਆ, ਮੈਨੂੰ ਖੁਸ਼ੀ ਹੋਈ ਇਸ ਕਿਸਮ ਦੀ, ਤੇ ਬੰਦਾ ਜ਼ਬਾਨ ਤੋਂ ਇੱਕਦਮ ਵਧਾਈ ਦਿੰਦਾ, ਮੁਬਾਰਕਾਂ ਹੋਣ, ਬੜਾ ਚੰਗਾ ਹੋਇਆ, ਪਾਰਟੀ ਹੋ ਗਈ। ਮਨ ਕਈ ਵਾਰੀ ਕਹਿ ਹੁੰਦਾ ਵੀ ਐਵੇਂ ਹੋਣਾ ਤਾਂ ਨਹੀਂ ਸੀ ਚਾਹੀਦਾ, ਇਹਦੀ ਪੱਗ ਲੈਣੀ ਚਾਹੀਦੀ ਸੀ, ਸਾਰੇ ਬਾਜ਼ਾਰ ਹੀ ਡਿਜ਼ਰਵ ਨਹੀਂ ਸੀ ਕਰਦਾ। ਇਹ ਮਨ ਲੋਚਾ ਬੁਰਿਆਂ, ਇਹ ਮਨ ਦਾ ਸੁਭਾਅ ਹੈ। ਸਪੋਜ਼ ਕਰੋ ਕੋਈ ਮਨ ਨੂੰ ਫੋਲੋ ਕਰਨ ਲੱਗ ਜੇ ਕਿ ਜਿਵੇਂ ਮਨ ਕਹਿੰਦਾ ਹੈ ਐਜ਼ ਇਟ ਇਜ਼ ਹੋਏਗਾ, ਕਿ ਉਹ ਲੋਕਾਂ ਦੀਆਂ ਪੱਗਾਂ ਲਾਏਗਾ, ਉਹ ਗਲਤ ਕਿਸਮ ਦੇ ਕਰਮ ਕਰੇਗਾ। ਇਸ ਸਾਰੇ ਦੇ ਨਾਲ ਮਨ ਦੇ ਵਿੱਚ ਜਿਹੜੀਆਂ ਲੋਚਾਂ ਨੇ ਉਹ ਕਦੀ ਪੁੱਗਣਗੀਆਂ ਨਹੀਂ ਗੀਆਂ। ਇੱਥੋਂ ਫਿਰ ਇੱਕ ਬੜਾ ਨੈਗੇਟਿਵ ਜਿਹੜਾ ਵਰਡ ਅਸੀਂ ਕੱਢਿਆ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਲੁੱਚਾਪਨ, ਜਿਹਦੇ ਵਿੱਚ ਬੰਦੇ ਦੀਆਂ ਲੋਚਾਂ ਇਤਨੀਆਂ ਕੁ ਹੋ ਗਈਆਂ, ਉਹਨਾਂ ਦੇ ਮਗਰ ਲੱਗ ਗਿਆ, ਬੰਦਾ ਅਸਲ ਜਿਹੜਾ ਇਨਸਾਨੀ ਕਿਰਦਾਰ ਤੇ ਕਰੈਕਟਰ ਹੀ ਛੱਡ ਗਿਆ। ਇਹਦੇ ਵਿੱਚੋਂ ਆਹ ਬਚਨ ਤੁਹਾਡੇ ਸਾਹਮਣੇ ਆ ਰਿਹਾ ਜਿਹੜਾ ਹੁਣ ਆਇਆ ਹੈ।
ਸਾਹਿਬ ਜ਼ਿਕਰ ਕਰਦੇ ਜੇ ਤੈਨੂੰ ਸੰਸਾਰ ਦੇ ਪਦਾਰਥਾਂ ਦੀ ਭੁੱਖ ਲੱਗ ਜੇ ਤੇ ਭੁੱਖ ਵੀ ਐਸੀ ਲੱਗੇ ਕਿ ਤੈਨੂੰ ਜੋ ਮਿਲ ਜੇ ਇੰਝ ਲੱਗੇ ਥੋੜਾ ਹੈ, ਘੱਟ ਹੈ, ਬੰਦਾ ਉਸ ਬਿਰਤੀ 'ਚ ਆ ਜਾਏ। ਫਿਰ ਐਸੀ ਬਿਰਤੀ ਦੇ ਵਿੱਚ ਬੰਦਾ ਆਪਣੇ ਆਪ ਨੂੰ ਰਾਜਾ ਰਜਵਾੜਾ, ਆਪਣੇ ਆਪ ਨੂੰ ਫਿਰ ਉਹ ਜਗੀਰੂ, ਜਿਹਨੂੰ ਬਰੂਡਲ ਕਿਸਮ ਦਾ ਜਿਹੜਾ ਹੈ ਨੇਚਰ ਉਹਦਾ ਬਣ ਜਾਣਾ, ਜਗੀਰੂ ਬਿਰਤੀ ਆ ਜਾਣੀ, ਕਬਜ਼ੇ ਵਾਲੀ ਬਿਰਤੀ ਆ ਜਾਣੀ, ਉਹ ਬਿਰਤੀ ਲਿਆਉਣੀ। ਉਹ 'ਚ ਗੁਰਦੇਵ ਨੇ ਜ਼ਿਕਰ ਕੀਤਾ ਵੀ ਤੁਰੇ ਪਲਾਣੇ ਪਾਉਣ ਵੇਖ, ਤੁਰੇ ਜਾਂ ਤੁਰੀ ਘੋੜੇ ਘੋੜੀਆਂ ਨੂੰ ਕਿਹਾ ਜਾਂਦਾ ਹੈ। ਪੁਰਾਣੇ ਸਮੇਂ ਤੋਂ ਸਮਾਜ ਦੀ ਇਹ ਜਾਂ ਲੋਕਾਂ ਦੀ ਲੋੜ ਰਹੀ ਹੈ। ਮੈਂ ਸ਼ਾਇਦ ਬੀਤੇ ਰੋਜ਼ ਵੀ ਥੋੜ੍ਹੀ ਜਿਹੀ ਬੇਨਤੀ ਕਰ ਰਿਹਾ ਸੀਗਾ ਕਿ ਜਿਹੜੀਆਂ ਸਾਡੀਆਂ ਨੀਡਸ ਤੇ ਡੀਡਸ ਨੇ, ਜਿਹੜੀਆਂ ਸਾਡੀਆਂ ਨੈਸੈਸਿਟੀਜ਼ ਨੇ, ਨੀਡ ਅਤੇ ਗਰੀਡ, ਇਹਨਾਂ ਦੋਵਾਂ ਨੂੰ ਡਿਫਰੈਂਸ਼ੀਏਟ ਕਰਨ ਦੀ ਲੋੜ ਹੈਗੀ। ਲੋੜ ਤੇ ਲੋਭ, ਇਹਦੇ 'ਚ ਫਰਕ ਹੋਣਾ ਚਾਹੀਦਾ ਹੈ। ਲੋੜ ਪੁਰਾਣੇ ਸਮੇਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾਣ ਵਾਸਤੇ ਵਹੀਕਲ ਦੇ ਤੌਰ ਤੇ ਘੋੜੇ ਘੋੜੀਆਂ ਸੀਗੇ। ਇਹ ਹੁਣੇ ਸਾਡੇ ਕੋਲ ਕੋਈ ਮਾੜੀ ਗੱਲ ਨਹੀਂ। ਤੁਸੀਂ ਬਾਣੀ 'ਚ ਬਚਨ ਪੜ੍ਹਦੇ ਹੋ, ਭਗਤ ਧੰਨਾ ਜੀ ਦਾ ਵਾਕ ਕਿੰਨੀ ਵਾਰੀ ਪੜ੍ਹਿਆ ਹੋਣਾ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਮ ਤੇ ਤਿਨ ਕੇ ਕਾਜ ਸਵਾਰਤਾ। ਸਾਨੂੰ ਦੱਸਦੇ ਨੇ ਤੇਰੀ ਗੁਰੂ ਦੇ ਸਾਹਮਣੇ ਅਰਦਾਸ ਕੈਸੀ ਹੋਏ, ਤੂੰ ਰੱਬ ਜੀ ਨੂੰ ਕਿਸ ਕਿਸਮ ਦੇ ਜਜ਼ਬਾਤ ਆਪਣੇ ਰੱਖ ਸਕਦਾ ਹੈ। ਉਹ 'ਚ ਫਿਰ ਬੜੀ ਲੰਮੀ ਚੌੜੀ ਫੈਲਿਸਟ ਹੈ ਜਿਹ 'ਚ ਉਹਨੇ ਚੀਜ਼ਾਂ ਮੰਗੀਆਂ ਨੇ, ਦਾਲ ਸਿੱਧਾ ਮੰਗੂ ਘੀਓ ਹਮਰਾ ਖੁਸ਼ੀ ਕਰੇ ਨਿਤ ਜੀਓ। ਉਹ 'ਚ ਫਿਰ ਅੱਗੇ ਜਾ ਕੇ ਇੱਕ ਜ਼ਿਕਰ ਕਰਦੇ ਨੇ ਵੀ ਹੇ ਰੱਬ ਜੀ, ਮੈਂ ਤੇਰੇ ਤੋਂ ਜਿੱਥੇ ਇੰਨਾ ਕੁਝ ਮੰਗਦਾ ਹਾਂ ਉੱਥੇ ਮੈਂ ਵੀ ਮੰਗ ਰਿਹਾ ਵੀ ਤਾਜਨ ਤੁਰੀ ਚੰਗੇਰੀ, ਤਾਜਨ ਤੁਰੀ ਚੰਗੇਰੀ। ਤੁਰੀ ਕਹਿੰਦੇ ਨੇ ਘੋੜੀ ਨੂੰ, ਤੇ ਘੋੜੀ ਸ਼ਾਇਦ ਆਪ ਇਹਦੇ ਬਾਰੇ ਅਵੇਅਰ ਹੋਵੋਗੇ। ਭਾਰਤੀ ਸਮਾਜ ਦੇ ਵਿੱਚ 3 ਨਸਲ ਦੇ ਬੁਨਿਆਦੀ ਤੌਰ ਤੇ ਘੋੜੇ ਉੱਥੇ ਮਿਲਦੇ ਨੇ। ਪਹਿਲੇ ਦੇਸੀ ਨਸਲ ਦੀਆਂ ਘੋੜੀਆਂ, ਘੋੜੇ ਜਿਨ੍ਹਾਂ ਦਾ ਕੱਦ ਕੋਈ ਬਹੁਤ ਜ਼ਿਆਦਾ ਵੱਡਾ ਨਹੀਂ ਹੁੰਦਾ। ਖੱਚਰਾਂ ਤੁਸੀਂ ਦੇਖੀਆਂ ਹੋਣਗੀਆਂ ਜਿਹੜੀਆਂ ਟਾਂਗੀਆਂ ਟੂੰਗੀਆਂ 'ਚ ਬਹੁਤੀ ਵਾਰ ਜੋਈਆਂ ਜਾਂਦੀਆਂ ਨੇ, ਉਹ ਘੋੜੇ ਦਾ ਹੀ ਇੱਕ ਰੂਪ ਹੈ, ਪਰ ਥੋੜਾ ਘੋੜੇ ਤੋਂ ਛੋਟਾ ਹੁੰਦਾ ਹੈ। ਭਾਰ ਢੋਣ ਨੂੰ ਬੜਾ ਵਧੀਆ, ਉਹਦਾ ਜਿਹੜਾ ਸੁਭਾਅ ਹੈ ਖੱਚਰ ਦਾ, ਉਹ ਬਲਦ ਜਾਂ ਮੇਰੂ ਪਸ਼ੂ ਦੇ ਨੇੜੇ ਜਾਂਦਾ ਹੈ। ਪਰ ਕਿਉਂਕਿ ਕੁਦਰਤ ਨੇ ਉੱਤੇ ਰਫ਼ਤਾਰ ਵੱਧ ਪਾਈ ਹੈ ਮੇਰੂ ਪਸ਼ੂ ਨਾਲੋਂ, ਇਸ ਕਰਕੇ ਮੇਰੂ ਪਸ਼ੂ ਗੱਡੇ 'ਚ ਜੋਇਆ ਹੋਏ ਜਾਂ ਟਾਂਗੇ 'ਚ ਜੋਇਆ ਹੋਏ ਤਾਂ ਕਾਫੀ ਦੇਰ ਲਾਏਗਾ। ਪਰ ਜੇ ਕਿਤੇ ਖੱਚਰ ਜੋਈ ਹੋਏ, ਉਹ ਭਾਰ ਵੀ ਚੁੱਕ ਲੇਗੀ ਤੇ ਦੂਰ ਤੱਕ ਜਾਏਗੀ। ਸੋ ਇਸ ਕਰਕੇ ਉਹਨੂੰ ਇਸ ਤਰ੍ਹਾਂ ਮੰਨਿਆ ਜਾਂਦਾ ਹੈ। ਦੇਸੀ ਨਸਲ ਦੇ ਘੋੜੇ ਘੋੜੀਆਂ ਉਸ ਤੋਂ ਥੋੜੇ ਜਿਹੇ ਉੱਚੇ ਕੱਦ ਦੇ ਹੁੰਦੇ ਨੇ, ਪਰ ਹਾਂ ਉੱਤੇ ਬੈਠਾ ਹੋਇਆ ਬੰਦਾ ਕੋਈ ਬਹੁਤਾ ਸੋਭਦਾ ਨਹੀਂ। ਖਾਸ ਕਰਕੇ ਲਮੇਰੇ ਕੱਦ ਵਾਲਾ ਚੰਗੇ ਵਧੀਆ ਬਸਤਰ ਕੱਪੜੇ ਪਾ ਕੇ ਬੰਦਾ ਉਹਦੇ ਤੇ ਬਏ ਤੇ ਉਹ ਲੱਗਦਾ ਨਹੀਂ ਵੀ ਜਿਹੜਾ ਹੈ ਏਡੀ ਵਧੀਆ ਸਵਾਰੀ ਕਰ ਰਿਹਾ ਹੈ। ਫਿਰ ਇਹਦੇ ਮੁਕਾਬਲਤਨ ਦੇਸੀ ਨਸਲ ਦੇ ਘੋੜੇ ਘੋੜੀਆਂ ਦੇ, ਇਹਨਾਂ ਨੂੰ ਬਿਮਾਰੀਆਂ ਵੀ ਵੱਧ ਪੈਂਦੀਆਂ ਸੀਗੀਆਂ। ਘੋੜਿਆਂ ਦੀ ਕਾਂ ਬਿਮਾਰੀ ਸੀ, ਬੰਨ ਪੈ ਜਾਣਾ ਉਹਨਾਂ ਨੂੰ ਇੱਕਦਮ ਜਿਹੜਾ ਹੈ ਗੈਸ ਪੈਦਾ ਹੋਣੀ ਪੇਟ ਦੇ ਵਿੱਚ, ਉਹਨਾਂ ਨੇ ਤੜਫਣਾ, ਤੇ ਉਸ ਤੜਫਣ ਦੇ ਦੌਰਾਨ ਜਿਹਨਾਂ ਨੂੰ ਪੂਰੇ ਟਾਈਮ ਤੇ ਉਹਨਾਂ ਨੂੰ ਜਿਹੜੀ ਹੈ ਟ੍ਰੀਟਮੈਂਟ ਨਾ ਪ੍ਰੋਵਾਈਡ ਕੀਤਾ ਜਾਏ ਤੇ ਉਹਨਾਂ ਦੀ ਇੱਕਦਮ ਮੌਤ ਹੋ ਜਾਂਦੀ ਸੀ। ਇਹਦੇ ਫਿਰ ਜਿਹੜਾ ਹੈ ਮੁਕਾਬਲੇ ਜਦੋਂ ਅਰਬ ਆਏ, ਇੱਧਰ ਮੰਗੋਲ ਆਏ, ਉਹ ਫਿਰ ਨਾਲ ਘੋੜੇ ਘੋੜੀਆਂ ਲੈ ਕੇ ਆਏ। ਉਹਨਾਂ ਦਾ ਕੱਦ ਵੀ ਉੱਚਾ ਸੀ, ਬਿਮਾਰੀ ਵੀ ਘੱਟ ਫੈਲਦੀ ਸੀ ਉਹਨਾਂ ਦੇ ਵਿੱਚ, ਤੇ ਉਹਨਾਂ ਦੇ ਉੱਤੇ ਵੈਸੇ ਵੀ ਸਵਾਰੀ ਕਰਨੀ ਸੋਭਦੀ ਸੀ। ਲਮੇਰੇ ਸਫ਼ਰ ਵਾਸਤੇ ਵੀ ਚੰਗੇ ਸੀਗੇ। ਫਿਰ ਇੱਕ ਤੀਸਰੇ ਨਸਲ ਦੇ ਘੋੜੇ ਘੋੜੀਆਂ ਗਏ ਜਿਹੜੇ ਯੂਰਪੀਅਨ ਲੈ ਕੇ ਗਏ, ਜਿਨ੍ਹਾਂ ਦੇ ਪੌੜ ਤੁਸੀਂ ਦੇਖੇ ਹੋਣੇ ਨੇ, ਕਾਫੀ ਚੌੜੇ ਚੌੜੇ ਹੁੰਦੇ ਨੇ। ਉਹ ਹੌਲੀ ਹੌਲੀ ਜਿਹੜਾ ਹੈ ਤੇਜ਼ ਹੁੰਦੇ ਨੇ, ਪਰ ਜਦੋਂ ਇੱਕ ਵਾਰੀ ਰਫ਼ਤਾਰ ਫੜ ਲੈਂਦੇ ਨੇ ਫਿਰ ਲੰਬੀ ਰੇਸ ਵਾਸਤੇ ਉਹਨਾਂ ਨੂੰ ਯੂਜ਼ ਕੀਤਾ ਜਾਂਦਾ ਹੈ। ਮੈਦਾਨੇ ਜੰਗ ਦੇ ਵਿੱਚ ਜਾਂ ਹੋਰ ਸੁਨੇਹੇ ਦੇਣ ਵਾਸਤੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਉਹਨਾਂ ਘੋੜੇ ਘੋੜੀਆਂ ਨੂੰ ਵੱਧ ਯੂਜ਼ ਕੀਤਾ ਜਾਂਦਾ ਸੀ। ਜਿਹੜੀ ਭਗਤ ਜੀ ਨੇ ਇੱਥੇ ਬਾਤ ਕੀਤੀ ਹੈ, ਕਿਉਂਕਿ ਉਸ ਸਮੇਂ ਅਰਬੀ ਨਸਲ ਦੇ ਘੋੜੇ ਘੋੜੀਆਂ ਬਹੁਤ ਆ ਗਏ ਸਨ ਇੰਡੀਆ ਦੇ ਵਿੱਚ, ਤੇ ਇੱਥੇ ਫਿਰ ਇਹ ਮੰਨਿਆ ਜਾਂਦਾ ਸੀਗਾ ਕਿ ਇਹਨਾਂ ਘੋੜੇ ਘੋੜੀਆਂ ਨੂੰ ਰੱਖਣਾ ਘਰਾਂ ਦੇ ਵਿੱਚ ਸ਼ੌਂਕ ਵੀ ਸੀ ਲੋਕਾਂ ਦਾ, ਤੇ ਇਹਨਾਂ ਦੀ ਸਵਾਰੀ ਕਰਨੀ ਵੀ ਚੰਗੀ ਮੰਨੀ ਜਾਂਦੀ ਸੀਗੀ। ਇਹਦੇ 'ਚ ਭਗਤ ਜੀ ਅੱਜ ਕਹਿ ਰਹੇ ਨੇ ਵੀ ਇੱਕ ਤਾਜਨ ਤੁਰੀ ਚੰਗੇਰੀ, ਰੱਬ ਜੀ ਮੈਂ ਤੇਰੇ ਤੋਂ ਮੰਗ ਰਿਹਾ, ਮੇਰੇ ਘਰ ਚੰਗਾ ਖਾਣਾ ਹੋਏ, ਖੁਰਾਕ ਹੋਏ, ਪਸ਼ੂ ਹੋਣ, ਸਭ ਕੁਝ ਹੋਏ, ਮੇਰੇ ਘਰ ਵਿੱਚ ਵਾਹਨ ਵੀ ਚੰਗਾ ਹੋਏ, ਵਹੀਕਲ ਵੀ ਚੰਗਾ ਹੋਵੇ। ਜਦੋਂ ਮੈਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾਣਾ ਹੋਵੇ, ਮੇਰੇ ਘਰ ਘੋੜੀ ਹੋਵੇ, ਮੈਨੂੰ ਪੈਦਲ ਨਾ ਜਾਣਾ ਪਏ। ਐਸੀ ਮਹਾਰਾਜ ਮੇਰੇ ਉੱਤੇ ਬਖਸ਼ਿਸ਼ ਕਰ ਤੇ ਕੰਮ ਕਰੀ। ਜੇ ਮੈਨੂੰ ਘੋੜੀ ਦੀ ਬਖਸ਼ਿਸ਼ ਕਰਨੀ ਹੈ ਨਾ, ਤੇ ਫਿਰ ਘੋੜੀ ਐਵੇਂ ਕੋਈ ਐਸੀ ਨਾ ਹੋਵੇ ਜਿੱਤੇ ਬੈਠਾ ਮੈਂ ਸੋਭਾ ਨਾ। ਤਾਜਨ ਤੁਰੀ ਚੰਗੇਰੀ, ਇੱਕ ਅਰਬੀ ਨਸਲ ਦੀ ਚੰਗੀ ਘੋੜੀ ਹੋ, ਜਿੱਤੇ ਬੈਠਾ ਮੈਂ ਸੋਭ ਨਹੀਂ ਲੱਗਾ। ਇੰਝ ਕਹਿ ਲਓ, ਮੈਂ ਕਈ ਵਾਰੀ ਨੂੰ ਬਿਲਾਸ ਵਿੱਚ ਬਾਤ ਕਰਦਾ, ਕੋਈ ਗੁਰਦੁਆਰਾ ਸਾਹਿਬ ਆਏ ਤੇ ਗੁਰੂ ਕੇ ਹਜ਼ੂਰ ਅਰਦਾਸ ਕਰਨ ਲੱਗੇ ਕਿ ਮਹਾਰਾਜ ਮੈਨੂੰ ਨਾ ਰੋਜ਼ ਕਿਸੇ ਤੋਂ ਰਾਈਡ ਮੰਗਣੀ ਪੈਂਦੀ ਹੈ, ਕਿਸੇ ਬੱਸ ਤੇ ਜਿਹੜਾ ਵੇਟ ਕਰਨਾ ਪੈਂਦਾ, ਮਹਾਰਾਜ ਕਰੋ ਬਖਸ਼। ਕੋਈ ਐਸੀ ਰੇਖ 'ਚ ਮੇਖ ਲੱਗੇ ਕਿ ਕੋਈ ਨਾ ਕੋਈ ਕਾਰ ਗੱਡੀ ਦੀ ਜਿਹੜਾ ਬੰਦੋਬਸਤ ਹੋ ਜਾਏ, ਤੇ ਨਾਲ ਹੀ ਇਹ ਕਿਹਾ ਜਾਏ ਵੀ ਮਹਾਰਾਜ ਤੁਸੀਂ ਬਖਸ਼ਿਸ਼ ਤੇ ਕਰ ਹੀ ਦੇਣੀ ਹੈ, ਕਿਉਂਕਿ ਮੇਰਾ ਵਿਸ਼ਵਾਸ ਹੈ ਵੀ ਗੁਰੂ ਮੇਰਾ ਬੜਾ ਸਮਰੱਥ ਹੈ, ਉਹ ਸ਼ਰਧਾ ਪੁਗੜੀ ਕਰ ਦਿੰਦਾ। ਤੇ ਮਹਾਰਾਜ ਜੇ ਕਰਨੀ ਹੈ ਤੁਸੀਂ ਤੇ ਜ਼ਰੂਰ ਕੋਈ ਕਰੋਲਾ ਹੀ ਦੇਣੀ ਹੈ ਮੈਨੂੰ।
ਜ਼ਰੂਰ ਕੋਈ ਹੋਂਡਾ ਸਿਵਿਕ ਹੀ ਮੈਂ ਲੈਣੀ ਹੈ, ਇਹ ਤੇ ਰਹਿਮਤ ਕਰਨੀ ਕੋਈ BMW ਕਰ ਦੇ ਫਿਰ ਰਾਹੋ ਇੱਕੋ ਵਾਰ ਕੰਮ ਤੇ ਚੱਲ ਜੇ। ਮੈਂ ਵੀ ਲੋਕਾਂ ਨੂੰ ਕਹਿ ਸਕਾਂ ਵੀ ਮੈਂ ਵੀ ਜਿਹੜੇ ਚ ਕੜੇ ਫਸੇ ਹੁੰਦੇ ਨੂੰ ਕਾਰ ਚਲਾਉਣਾ ਆਉਡੀ। ਸੋ ਇਸ ਰੂਪ ਦੇ ਵਿੱਚ ਐਗਜ਼ੈਕਟਲੀ ਇਹੀ ਬਾਤ ਹੈ ਕਿ ਤਾਜਨ ਤੁਰੀ ਚੰਗੇਰੀ, ਮੇਰੇ ਘਰ ਵਹੀਕਲ ਵੀ ਹੋਏ ਚੰਗਾ ਹੋਏ। ਇੱਥੋਂ ਸਪਸ਼ਟ ਹੈ ਸਿੱਖੀ ਭਾਂਜਵਾਦੀ ਨਹੀਂ, ਸਿੱਖੀ ਐਸੀ ਨਹੀਂ ਜਿਹੜੀ ਇਹ ਕਹਿੰਦੀ ਹੈ ਕਿ ਤੁਸੀਂ ਗੁਰਬਤ ਤੇ ਗਰੀਬੀ 'ਚ ਜ਼ਿੰਦਗੀ ਜੀਣੀ ਹੈ। ਸਿੱਖੀ ਕਹਿੰਦੀ ਹੈ ਤੂੰ ਸੋਭਨੀਕ ਜੀਵਨ ਜੀ, ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਾਵੰਦਿਆਂ ਐਸਾ ਜੀਵਨ ਹੋਏ। ਪਰ ਮਹਾਰਾਜ ਕਹਿੰਦੇ ਨੇ ਜੀਵਨ ਦਾ ਟਾਰਗੇਟ ਹੀ ਇਹ ਰੱਖ ਲਿਆ ਜਾਏ ਕਿ ਬਸ ਵਧੀਆ ਵਧੀਆ ਨਸਲ ਦੇ ਘੋੜੇ ਰੱਖਣੇ ਨੇ ਘਰ। ਜੀਵਨ ਦਾ ਸ਼ੌਂਕ ਹੀ ਇਹ ਪਾਲ ਲਿਆ ਵੀ ਮਹਿੰਗੀਆਂ ਕਾਰਾਂ, ਲਗਜ਼ਰੀ ਗੱਡੀਆਂ, ਉਹਨਾਂ ਦੀ ਸਪੀਡ, ਉਹ ਸਪੋਰਟਸ ਮਾਡਲ ਕਾਰਾਂ, ਇਹਨੂੰ ਹੀ ਜੀਵਨ ਦਾ ਅਲਟੀਮੇਟ ਗੋਲ ਬਣਾ ਲਿਆ। ਨਿਕਲੇਗਾ ਕੀ ਇਹਦੇ ਵਿੱਚੋਂ? ਤੁਸੀਂ ਅੱਜ ਵੀ ਦੇਖਦੇ ਹੋ ਜਿਹੜੇ ਇਸ ਕਿਸਮ ਦੇ ਸ਼ੌਂਕ ਪਾਲਦੇ ਨੇ, ਲੇਟਰ ਔਰ ਸੂਨਰ ਉਹਨਾਂ ਸ਼ੌਂਕ ਵਾਸਤੇ ਬੜੀ ਵੱਡੀ ਪ੍ਰਾਈਸ ਪੇ ਕਰਨੀ ਪੈਂਦੀ ਹੈ। ਸਾਹਿਬ ਉਹਦੀ ਬਾਤ ਕਰਦੇ ਨੇ ਕਿ ਮਨ ਦੇ ਪਿੱਛੇ ਲੱਗ ਕੇ ਇਹੋ ਜਿਹੇ ਸ਼ਾਹੀ ਠਾਠਾਂ ਨੂੰ ਲੱਭਦਾ ਬੰਦੇ, ਇਹ ਸ਼ਾਹੀ ਠਾਠ ਕਿੰਨੇ ਦਿਨ ਜੀ ਲੈਣਾ। ਇਸ ਕਿਸਮ ਦੀ ਬਾਤ ਵਿੱਚ ਆ ਰਹੀ ਹੈ। ਵਾਕ ਆਇਆ ਤੁਰੇ ਪਲਾਣੇ, ਪਲਾਣੇ ਪਲਾਣ ਪਲਾਇਣ ਲਫ਼ਜ਼ ਅਸਲ ਵਿੱਚ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣਾ। ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਕਿਉਂਕਿ ਆਸਾ ਕੀ ਵਾਰ ਦੀ ਜ਼ਬਾਨ ਜਿਹੜੀ ਹੈ ਨਾ ਇੰਜ ਚੱਲਦੀ। ਤੁਸੀਂ ਦੇਖਿਆ ਹੋਣਾ ਜਿਵੇਂ ਬਹੁਤ ਸਾਰੀਆਂ ਚੀਜ਼ਾਂ, ਸ਼ਸਤਰ ਤੇ ਸ਼ਾਸਤਰ ਦੋ ਲਫ਼ਜ਼ ਨੇ, ਐਗਜ਼ੈਕਟਲੀ ਦੋਵਾਂ 'ਚ ਬੜਾ ਵੱਡਾ ਸੁਮੇਲ ਹੈ। ਜਿਹੜਾ ਖਾਸ ਕਰਕੇ ਸ਼ਸਤਰ ਹੈ ਜਿਹਨੂੰ ਅਸੀਂ ਹਥਿਆਰ ਕਹਿੰਦੇ ਹਾਂ, ਵੈਪਨ, ਪੁਰਾਣੇ ਸਮੇਂ ਖੰਜਰ, ਸ਼ਮਸ਼ੀਰ, ਤਲਵਾਰ ਇਹੋ ਜਿਹੇ ਹਥਿਆਰ ਹੁੰਦੇ ਸੀਗੇ। ਖੰਜਰ ਉਹਦੀ ਇੱਕ ਆਪਣੀ ਸ਼ੇਪ ਹੈ, ਬਣਤਰ ਹੈ। ਸ਼ਮਸ਼ੀਰ ਉਹਦੀ ਇੱਕ ਆਪਣੀ ਬਣਤਰ ਹੈ। ਤਲਵਾਰ ਇਹਦੀ ਇੱਕ ਆਪਣੀ ਬਣਤਰ ਹੈ। ਜਿਵੇਂ ਅਰਬ ਦੇ ਲੋਕ ਸੀਗੇ, ਇਹ ਤਲਵਾਰ ਬੜੀ ਵਧੀਆ ਚਲਾਉਂਦੇ ਸੀਗੇ, ਬਹੁਤ ਉਮਦਾ ਢੰਗ ਦੇ ਨਾਲ। ਇਹਦੇ ਮੁਕਾਬਲਤਨ ਜਿਹੜੇ ਭਾਰਤੀ ਸਿਪਾਹੀ ਸੀਗੇ ਉਹ ਇਤਨੇ ਵਧੀਆ ਤਲਵਰੀਏ ਨਹੀਂ ਸੀਗੇ। ਜਿਹੜੀ ਤਲਵਾਰ ਮੁੜੀ ਹੁੰਦੀ ਹੈ ਇੱਕ ਪਾਸੇ, ਜਿਹੜੀ ਇਸ ਤਰੀਕੇ ਨਾਲ ਵਿੰਗ ਪਾ ਕੇ ਬਣੀ ਹੁੰਦੀ ਹੈ, ਉਹਦੀ ਜਿਹੜੀ ਬਾਤ ਕਰ ਰਿਹਾ ਮੈਂ। ਇਹ ਜਿਹੜੀ ਖਾਸ ਕਰਕੇ ਦੋ ਧਾਰੀ ਸ਼ਮਸ਼ੀਰ ਹੁੰਦੀ ਹੈ ਜਿਹਨੂੰ ਅਸੀਂ ਖੰਡਾ ਕਹਿੰਦੇ ਹਾਂ, ਦੋਵਾਂ ਪਾਸੇ ਜਿਹਦੇ ਧਾਰ ਹੁੰਦੀ ਹੈ, ਇਹ ਗੁਰੂ ਮਹਾਰਾਜ ਦੇ ਦੌਰ ਦੇ ਵਿੱਚ ਬੜੀ ਮਕਬੂਲ ਹੋਈ ਤੇ ਗੁਰੂ ਮਹਾਰਾਜ ਦੇ ਸਿੱਖ ਇਸ ਤੇਜ਼ ਧਾਰ ਦੋ ਧਾਰੀ ਹਥਿਆਰ ਨੂੰ ਚਲਾਉਣ ਦੇ ਬੜੇ ਸਮਰੱਥ ਜਿਹੜੇ ਸੀਗੇ ਉਹ ਮੰਨੇ ਜਾਂਦੇ ਸੀਗੇ, ਕਿਉਂਕਿ ਇਹ ਚਲਾਉਣੀ ਥੋੜੀ ਜਿਹੀ ਕਠਿਨ ਹੁੰਦੀ ਸੀਗੀ। ਦੋਵਾਂ ਪਾਸੇ ਜਿਹੜੀ ਹੈ ਇਹਦੀ ਤੇਜ਼ ਧਾਰ ਹੋਣ ਦੇ ਸਦਕਾ ਜਦੋਂ ਇਹ ਚਲਾਉਣੀ ਹੈ ਇਹ ਦੂਸਰੇ ਦਾ ਤਾਂ ਨੁਕਸਾਨ ਕਰ ਸਕਦੀ ਹੈ। ਜੇ ਚਲਾਉਣ ਵਾਲਾ ਬਹੁਤ ਐਕਸਪਰਟ ਨਹੀਂ, ਇਹਦੇ ਪੈਂਤੜੇ ਦੇ ਨਾਲ ਉਹਨੂੰ ਆਪਣੇ ਆਪ ਨੂੰ ਵੀ ਕੱਟ ਲੱਗ ਸਕਦਾ, ਉਹਨੂੰ ਵੀ ਉਹ ਕਾਟ ਕਰ ਸਕਦੀ ਹੈ, ਉਹਨੂੰ ਵੀ ਉਹ ਚੀਜ਼ ਜਿਹੜੀ ਹੈ ਉਸ ਤਰੀਕੇ ਨਾਲ ਨੁਕਸਾਨ ਪਹੁੰਚਾਉਂਦੀ ਹੈ। ਮੈਂ ਜਿਹੜੀ ਬੇਨਤੀ ਕਰ ਰਿਹਾ ਸੀ, ਜਿੱਥੇ ਸ਼ਸਤਰ ਚਲਾਉਣਾ ਸਾਂਭਣਾ ਸਿੱਖਣਾ ਔਖਾ ਹੈ ਤੇ ਵੱਖਰੇ ਵੱਖਰੇ ਕਿਸਮ ਦੇ ਸ਼ਸਤਰ ਹੁੰਦੇ ਨੇ, ਐਗਜ਼ੈਕਟਲੀ ਜਿਹੜਾ ਸ਼ਾਸਤਰ ਹੈ, ਇਹ ਸ਼ਾਸਤਰ ਹੈ ਸਾਡਾ ਜਿਹੜਾ ਅਸੀਂ ਸਾਹਮਣੇ ਪੜ੍ਹ ਰਹੇ ਹਾਂ, ਇਹ ਲਿਖਣਾ ਸਮਝਣਾ ਤੇ ਪੜ੍ਹਨਾ ਇਹ ਵੀ ਕਠਿਨ ਹੁੰਦਾ ਹੈ, ਇਹ ਸ਼ਸਤਰ ਦੀ ਤਰ੍ਹਾਂ ਹੈ। ਇਹ ਵੀ ਜਿਵੇਂ ਸ਼ਮਸ਼ੀਰ ਚੱਲਦੀ ਹੈ ਐਵੇਂ ਦੀ ਕਾਟ ਚੱਲਦੀ ਹੈ। ਇਹ ਗੁਰੂ ਮਹਾਰਾਜ ਨੇ ਜਿਹੜੇ ਇਸ ਆਸਾ ਕੀ ਵਾਰ ਦੀ ਜ਼ਬਾਨ ਨੂੰ ਇਸ ਰੂਪ ਦੇ ਤਰਾਸ਼ ਕੇ ਲਿਆ ਰਹੇ ਸਾਡੇ ਸਾਹਮਣੇ। ਇੱਥੇ ਲਫ਼ਜ਼ ਪਲਾਣੇ ਹੈ, ਇਹ ਲਫ਼ਜ਼ ਤੁਹਾਨੂੰ ਸ਼ਬਦ ਕੋਸ਼ ਜਲਦੀ ਕਰਕੇ ਨਹੀਂ ਮਿਲੇਗਾ। ਇਹ ਲਫ਼ਜ਼ ਨੂੰ ਮਹਾਰਾਜ ਨੇ ਆਪ ਸ਼ੇਪ ਦਿੱਤੀ ਹੈ। ਜਿਵੇਂ ਵਧੀਆ ਕਿਸਮ ਦੇ ਔਜ਼ਾਰ ਤੇ ਹਥਿਆਰ ਚਲਾਉਣ ਵਾਲੇ ਲੋਕ ਜਿਹੜੇ ਹੁੰਦੇ ਨਾ, ਜਦੋਂ ਐਕਸਪਰਟ ਹੋ ਜਾਂਦੇ ਨੇ ਫਿਰ ਉਹ ਆਪਣੀ ਇਨਵੈਂਸ਼ਨ ਕਰਦੇ ਨੇ, ਆਪਣੀਆਂ ਕਾਢਾਂ ਕੱਢਦੇ ਨੇ। ਮਹਾਰਾਜ ਵੀ ਇਸੇ ਪ੍ਰਕਾਰ ਫਿਰ ਜਿਵੇਂ ਤੁਸੀਂ ਅਰਬਦ ਨਰਬਦ ਲਫ਼ਜ਼ ਪੜ੍ਹਦੇ ਹੋ, ਮਹਾਰਾਜ ਦੀਆਂ ਕਾਢਾਂ ਨੇ ਅਸਲ ਦੇ ਵਿੱਚ। ਇੱਥੇ ਪਲਾਣੇ ਲਫ਼ਜ਼ ਪਲਾਇਣ ਹੈ, ਪਲਾਇਣ ਇੱਕਦਮ ਤੁਰ ਪੈਣਾ, ਇੱਕਦਮ ਚੱਲ ਪਣਾ, ਪਲਾਇਣ ਕਰਨਾ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਮਾਈਗ੍ਰੇਟ ਹੋ ਜਾਣਾ, ਚਲੇ ਜਾਣਾ, ਇਸ ਰੂਪ ਵਿੱਚ ਬਾਤ ਲਈ ਜਾਂਦੀ ਹੈ। ਆਪ ਦੇਖੋਗੇ ਜਿਵੇਂ ਕੁਝ ਐਸੇ ਤੁਸੀਂ ਜੇ ਕਿਤੇ ਘੋੜੇ ਚਲਾਏ ਹੋਣ, ਉਹਨਾਂ ਨੂੰ ਰਾਈਡ ਕੀਤਾ ਹੋਵੇ ਕਦੇ, ਜਿਨ੍ਹਾਂ ਘਰਾਣੇ ਵਿੱਚ ਘੋੜੇ ਰੱਖੇ ਹੁੰਦੇ ਸੀ ਲੋਕਾਂ ਨੇ, ਇਹ ਅਸਲ ਵਿੱਚ ਸ਼ਾਹੀ ਸ਼ੌਂਕ ਮੰਨੇ ਜਾਂਦੇ ਸੀ। ਇਹ ਏਡਾ ਸੁਖਾਲਾ ਕੰਮ ਨਹੀਂ ਸੀਗਾ। ਰੀਜ਼ਨ ਇਹ ਸੀ ਜੇ ਘੋੜੇ ਦੀ ਜਾਂ ਘੋੜੀ ਦੀ ਸਵਾਰੀ ਵੀ ਕਰਨੀ ਹੈ, ਕਿਤੇ ਹੁੰਦੀ ਸੀਗੀ ਕਿ ਬਿਨਾਂ ਗੱਦੀ ਵਗੈਰਾ ਪਾਉਣ ਤੋਂ, ਬਿਨਾਂ ਸੀਟ ਵਗੈਰਾ ਲਾਉਣ ਤੋਂ ਉਹਨੂੰ ਇਸੇ ਤਰੀਕੇ ਨਾਲ ਜਿਹੜਾ ਹੈ ਸਵਾਰੀ ਕਰ ਲੈਣਾ। ਉਹ ਚਲੋ ਆਮ ਸ਼ੌਂਕ ਵਾਸਤੇ ਕਿਤੇ ਥੋੜਾ ਬਹੁਤਾ ਦੂਰ ਨੇੜੇ ਜਾਣ ਵਾਸਤੇ ਕਰ ਲਿਆ,
ਪਰ ਜਦੋਂ ਬੰਦੇ ਨੇ ਸ਼ਾਹੀ ਠਾਠ ਬਾਠ ਨਾਲ ਕਿਤੇ ਜਾਣਾ ਹੈ, ਲੰਬੇ ਸਫ਼ਰ ਤੇ ਜਾਣਾ ਹੈ, ਉਸ ਕਿਸਮ ਨਾਲ ਜਾਣਾ, ਫਿਰ ਬਕਾਇਦਾ ਤੌਰ ਤੇ ਉਹਨੂੰ ਕੜਿਆਲੇ ਪਾਏ ਜਾਂਦੇ ਸਨ, ਉਹਨੂੰ ਕਾਠੀਆਂ ਪਾਈਆਂ ਜਾਂਦੀਆਂ ਸਨ, ਰਕਾਬਾਂ ਸਾਜੀਆਂ ਜਾਂਦੀਆਂ ਸਨ, ਉਹਨੂੰ ਪੇਟੀ ਪਾਈ ਜਾਂਦੀ ਸੀਗੀ। ਇੱਕ ਲੰਮਾ ਪ੍ਰੋਸੈਸ ਸੀਗਾ। ਕਈ ਵਾਰੀ ਬੰਦੇ ਵੀ ਸੋਚਦੇ ਸਨ, ਲੈ ਜਿਨ੍ਹਾਂ ਨੂੰ ਮੈਂ ਘੋੜੀ ਨੂੰ ਕੜਿਆਲਾ ਪਾਉਣਾ, ਜਿਨ੍ਹਾਂ ਨੂੰ ਮੈਂ ਘੋੜੀ ਨੂੰ ਕਾਠੀ ਲਾਉਣੀ, ਪੇਟੀਆਂ ਕੱਸਣੀਆਂ ਨੇ, ਰਕਾਬਾਂ ਪਾਉਣੀਆਂ ਨੇ, ਉਹਨਾਂ ਨੂੰ ਤਾਂ ਮੈਂ ਹੋ ਵੀ ਆਉਣਾ। ਭਾਵ ਬੰਦਾ ਇਸੇ ਕਰਕੇ ਕਈ ਵਾਰੀ ਸਵਾਰੀ ਨਹੀਂ ਕਰ ਸਕਦਾ ਵੀ ਉਹਦੀ ਤਿਆਰੀ ਕਰਾਉਂਦਿਆਂ ਟਾਈਮ ਲੱਗੇਗਾ। ਜਿੰਨਾ ਸ਼ਾਹੀ ਠਾਠ ਬਾਠ ਵਾਸਤੇ ਘੋੜੇ ਘੋੜੀਆਂ ਰੱਖੇ ਤੇ ਘੋੜੇ ਘੋੜੀਆਂ ਨਹੀਂ ਰੱਖੇ, ਉਹਨਾਂ ਨੂੰ ਕਾਠੀਆਂ ਪਾਉਣ ਵਾਲੇ ਬੰਦੇ ਵੀ ਰੱਖੇ, ਜਿਹੜੇ ਜਾਣ ਤੋਂ ਪਹਿਲਾਂ ਇੱਕ ਇਸ਼ਾਰਾ ਹੀ ਕਰਨਾ ਹੈ, ਭਾਈ ਮੇਰੀ ਘੋੜੀ ਤਿਆਰ ਕਰ। ਇਸ ਤੋਂ ਪਹਿਲਾਂ ਕਿ ਉਹ ਕੱਪੜੇ ਪਾ ਕੇ ਬਾਹਰ ਨਿਕਲੇ, 2-3 ਬੰਦੇ, ਕੋਈ ਘੋੜੀ ਨੂੰ ਲਗਾਮ ਪਾ ਰਿਹਾ, ਕੋਈ ਕੜਿਆਲਾ ਪਾ ਰਿਹਾ, ਕੋਈ ਉੱਤੇ ਕਾਠੀ ਸੱਟ ਰਿਹਾ, ਕੋਈ ਪੇਟੀ ਕੱਸ ਰਿਹਾ। ਆਉਂਦਿਆਂ ਹੀ ਉਹਨੇ ਬਸ ਭੱਜ ਕੇ ਆ ਕੇ ਰਕਾਬ ਵਿੱਚ, ਤੁਸੀਂ ਇੱਥੇ ਬੱਚਿਆਂ ਦਾ ਇੱਕ ਸ਼ੋਅ ਦੇਖਦੇ ਹੋਵੋਗੇ, ਸ਼ਾਇਦ ਕੁਝ ਨਾਈਟ ਕਰਕੇ ਹੈ ਇਸ ਤਰੀਕੇ ਦੇ ਨਾਲ, ਜਿਸ 'ਚੋਂ ਇੱਕਦਮ ਆਉਂਦਾ ਤਾਂ ਸਿੱਧੇ ਰੂਪ ਵਿੱਚ ਘੋੜੇ ਤੇ ਜਾ ਕੇ ਤਿਆਰ ਹੋ ਜਾਂਦਾ ਹੈ। ਐਗਜ਼ੈਕਟਲੀ ਉਹ ਜਿਹੜੀ ਚੀਜ਼ ਹੈ ਉਹਦੀ ਬਾਤ ਕੀਤੀ ਕਿ ਵੀ ਜਿਨ੍ਹਾਂ ਕੋਲ ਸ਼ਾਹੀ ਠਾਠ ਬਾਠ ਹੋਣ, ਅੱਗੇ ਪਾਸੇ ਬੰਦੇ ਹੋਣ, ਘੋੜੀਆਂ ਘੋੜੇ ਤਿਆਰ ਖੜੇ ਹੋਣ, ਤੇ ਆਉਣ ਤੇ ਆਉਂਦਿਆਂ ਬਸ ਰਕਾਬ ਵਿੱਚ ਪੈਰ ਪਾਉਣ ਤੇ ਪਲਾਠੀ ਮਾਰ ਕੇ ਚੜ ਜਾਣ। ਮਹਾਰਾਜ ਕਹਿੰਦੇ ਤੁਰੇ ਪਲਾਣੇ ਪੌਣ ਵੇਗ। ਫਿਰ ਘੋੜੇ ਘੋੜੀਆਂ ਵੀ ਐਸੇ ਪਰਖੇ ਹੋਏ, ਗੋਖੇ ਹੋਏ, ਹਵਾ ਕੀ ਤੇਜ਼ ਚੱਲਦੀ ਹੈ, ਹਵਾ ਨੂੰ ਚੀਰ ਕੇ ਲੰਘ ਜਾਣ। ਰਫਤਾਰੀ ਘੋੜੇ ਘੋੜੀਆਂ ਮਹਿੰਗੇ, ਜਿਨ੍ਹਾਂ ਦੀ ਕੀਮਤ ਬਾਜ਼ਾਰ 'ਚ ਪੈਂਦੀ ਹੋਏ। ਤੁਰੇ ਪਲਾਣੇ ਪੌਣ ਵੇਗ, ਹਰ ਰੰਗੀ ਹਰਮ ਸਵਾਰਿਆ। ਇਹ ਕਿਹਾ ਜਾਂਦਾ ਹੈ, ਅਸੀਂ ਆਮ ਕਰਕੇ ਪੰਜਾਬੀ 'ਚ ਬਾਤ ਕਹਿੰਦੇ ਆ ਕਿ ਭਾਈ ਦਰਾਂ ਤੋਂ ਹੀ ਪਤਾ ਲੱਗ ਜਾਂਦਾ ਘਰ ਦੀ ਆਭਾ ਕੈਸੀ ਹੋਏਗੀ, ਡਿਊਟੀ ਤੋਂ ਪਤਾ ਲੱਗ ਜਾਏਗਾ ਮਹੱਲ ਕੈਸਾ ਹੋਏਗਾ, ਗਿਰਾਂ ਦੇ ਬਾਹਰਲੀਆਂ ਜੂਹਾਂ ਤੋਂ ਪਤਾ ਲੱਗੇਗਾ ਪਿੰਡ ਕੈਸਾ ਹੋਏਗਾ। ਜਿਨ੍ਹਾਂ ਘਰਾਂ ਵਿਹੜਿਆਂ ਦੇ ਬਾਹਰ